ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਬਿਪਰ ਜਾਤ ਤਨ ਕੇ ਅਭਿਮਾਨੀ, ਗੁਰਸਿੱਖ ਹੋਵਤ ਆਤਮ ਗਿਆਨੀ। ਧਰਹਿ ਅਹੰ ਤਨ ਸੇ ਚੰਡਾਲ, ਪ੍ਰੀਤ ਚਰਮ ਚਰਬੀ ਕੇ ਨਾਲ। ਬਿਪਰ ਜਾਤ ਤਨ ਕੇ ਅਭਿਮਾਨੀ। ਸੱਚੇ ਪਾਤਸ਼ਾਹ, ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ, ਧੰਨ ਧੰਨ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਾਵਨ ਪਵਿੱਤਰ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ, ਆਪ ਜੀ ਬੜੇ ਪਿਆਰ ਨਾਲ ਸਤਿਗੁਰੂ ਜੀ ਦੀ ਹਾਜ਼ਰੀ ਵਿੱਚ ਜੁੜ ਕੇ ਬੈਠੇ ਹੋ। ਲੜੀਵਾਰ ਕਥਾ ਆਪ ਜੀ ਗੁਰੂ ਅਰਜਨ ਦੇਵ ਜੀ ਦੀ ਸਰਵਣ ਕਰ ਰਹੇ ਹੋ। ਆਓ ਪਹਿਲਾਂ ਸੁਰਤੀਆਂ ਬਿਰਤੀਆਂ ਇਕਾਗਰ ਕਰੀਏ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਭਾਈ ਜੋਤ ਜੀ ਤੇ ਭਾਈ ਢੇਸੀ ਜੀ ਆਏ ਹਨ। ਆ ਕੇ ਬੇਨਤੀ ਕੀਤੀ ਹੈ, ਮਹਾਰਾਜ ਅਸੀਂ ਬ੍ਰਾਹਮਣ ਜਾਤੀ ਦੇ ਹਾਂ, ਪਰ ਤੁਹਾਡੀ ਕਿਰਪਾ ਦੇ ਨਾਲ ਜਾਤ ਦਾ ਮਾਣ ਹੰਕਾਰ ਸਾਡੇ ਅੰਦਰੋਂ ਦੂਰ ਹੋ ਗਿਆ ਹੈ। ਸਤਿਗੁਰੂ ਜੀ, ਕੁਝ ਬ੍ਰਾਹਮਣ ਸਾਨੂੰ ਆਪਣੀ ਪੰਗਤ ਵਿੱਚ ਨਹੀਂ ਬੈਠਣ ਦਿੰਦੇ। ਉਹ ਕਹਿੰਦੇ ਆ ਕਿ ਤੁਸੀਂ ਕਾਂਸ਼ੀ ਗੰਗਾ ਦੀ ਸੇਵਾ ਨਹੀਂ ਕਰਦੇ, ਤੁਸੀਂ ਵਰਤ ਨਹੀਂ ਰੱਖਦੇ, ਤੁਸੀਂ ਵੇਦਾਂ ਦਾ ਪਾਠ ਨਹੀਂ ਕਰਦੇ, ਸੰਧਿਆ ਤਰਪਣ ਗਾਇਤਰੀ ਨਹੀਂ ਕਰਦੇ, ਇਸ ਕਰਕੇ ਤੁਸੀਂ ਨੀਵੇਂ ਹੋ। ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜਦੋਂ ਉਹਨਾਂ ਦੀ ਗੱਲ ਸੁਣੀ, ਸਤਿਗੁਰੂ ਜੀ ਨੇ ਉਹਨਾਂ ਨੂੰ ਉੱਤਰ ਦਿੱਤਾ। ਮਹਾਰਾਜ ਜੀ ਦੇ ਸਾਰੇ ਉੱਤਰ ਬੜੇ ਧਿਆਨ ਨਾਲ ਸੁਣਨ ਵਾਲੇ ਸਨ। ਕੱਲ ਸੰਗਤਾਂ ਨੇ ਸੁਣਿਆ। ਮਹਾਰਾਜ ਕਹਿਣ ਲੱਗੇ, ਇੱਕ ਨਿਰੇ ਹੀ ਗਿਆਨੀ ਹੁੰਦੇ ਆ, ਇੱਕ ਆਤਮ ਗਿਆਨੀ ਹੁੰਦੇ ਆ। ਮਹਾਰਾਜ ਕਹਿੰਦੇ ਤੁਸੀਂ ਆਤਮ ਗਿਆਨੀ ਹੋ, ਉਹ ਨਿਰੇ ਹੀ ਗਿਆਨੀ ਨੇ। ਸਤਿਗੁਰੂ ਜੀ ਨੇ ਖੋਲ ਕੇ ਗੱਲ ਦੱਸੀ। ਇੱਕ ਜਲ ਦਾ ਤੀਰਥ ਹੁੰਦਾ, ਇੱਕ ਨਾਮ ਦਾ ਤੀਰਥ ਹੁੰਦਾ ਹੈ। ਲੋਕ ਆਪਣੇ ਪਾਪਾਂ ਦੀ ਮੈਲ ਜਿਹੜੀ ਹੈ ਉਹ ਤੀਰਥਾਂ ਉੱਤੇ ਲਾ ਆਉਂਦੇ ਆ। ਤੀਰਥ ਵੀ ਸਾਧੂ ਦੀ ਚਰਨ ਧੂੜੀ ਨੂੰ ਲੋਚਦੇ ਆ। ਫਿਰ ਉਹਨਾਂ ਕਿਹਾ, ਮਹਾਰਾਜ ਚਰਨ ਧੂੜੀ ਵੀ ਤੇ ਮੈਲੀ ਹੁੰਦੀ ਹੈ। ਮਹਾਰਾਜ ਕਹਿੰਦੇ, ਜਿਸ ਸਾਬਣ ਨਾਲ ਕੱਪੜੇ ਧੋਂਦੇ ਹੋ ਉਹ ਵੀ ਇੱਕ ਖਾਰ ਮੈਲ ਹੀ ਹੁੰਦੀ ਹੈ, ਉਹਦੇ ਨਾਲ ਕੱਪੜੇ ਧੁੱਪਦੇ ਆ। ਸਾਧੂਆਂ ਦੀ ਚਰਨ ਧੂੜੀ ਬੜੀ ਪਵਿੱਤਰ ਹੈ। ਸਾਧੂਆਂ ਦੀ ਚਰਨ ਧੂੜੀ ਦੇ ਨਾਲ ਤੀਰਥ ਪਵਿੱਤਰ ਹੋ ਜਾਂਦੇ ਹੈ। ਸਾਧੂਆਂ ਦੀ ਚਰਨ ਧੂੜੀ ਕਿਉਂ ਪਵਿੱਤਰ ਹੈ? ਸਾਧੂਆਂ ਦੀ ਚਰਨ ਧੂੜੀ ਨਾਮ ਕਰਕੇ ਪਵਿੱਤਰ ਹੈ, ਸਿਮਰਨ ਕਰਕੇ ਪਵਿੱਤਰ ਹੈ। ਉਹ ਸਿਮਰਨ ਕਰਦੇ ਆ ਤਾਂ ਉਹਨਾਂ ਦੀ ਚਰਨ ਧੂੜੀ ਪਵਿੱਤਰ ਹੈ। ਜਿਵੇਂ ਵੇਦ ਨੇ, ਮਹਾਰਾਜ ਕਹਿਣ ਲੱਗੇ, ਉਵੇਂ ਹੀ ਸਤਿਗੁਰੂ ਜੀ ਦੀ ਬਾਣੀ ਹੈ। ਸਗੋਂ ਗੁਰੂ ਦੀ ਬਾਣੀ ਬਹੁਤ ਸੁਖਾਲੀ ਹੈ, ਬੜਾ ਭਲਾ ਕਰਦੀ ਹੈ। ਇਹ ਸਾਰੀ ਕਥਾ ਤੁਸੀਂ ਸਰਵਣ ਕੀਤੀ। ਮਹਾਰਾਜ ਕਹਿੰਦੇ, ਉਹ ਕਹਿੰਦੇ ਤੁਸੀਂ ਵਰਤ ਨਹੀਂ ਰੱਖਦੇ, ਉਹ ਤੇ ਇਕਾਦਸ਼ੀ ਵਾਲੇ ਦਿਨ ਹੀ ਵਰਤ ਰੱਖਦੇ ਆ, ਤੁਸੀਂ ਤੇ ਰੋਜ਼ ਹੀ ਵਰਤ ਰੱਖਦੇ ਆ। ਕਿਵੇਂ? ਸੰਜਮ ਦਾ ਖਾ ਕੇ ਜੀ। ਸੰਜਮ ਨਾਲ ਖਾਣਾ ਰੋਜ਼ ਹੀ ਵਰਤ ਹੈ। ਸੱਚੇ ਪਾਤਸ਼ਾਹ ਕਹਿਣ ਲੱਗੇ, ਤੁਸੀਂ ਹਰ ਰੋਜ਼ ਹੀ ਵਰਤ ਰੱਖਦੇ ਹੋ, ਤੁਸੀਂ ਮਹਾਨ ਹੋ। ਮਹਾਰਾਜ ਕਹਿਣ ਲੱਗੇ। ਮਹਾਰਾਜ ਨੇ ਨਾਮਦੇਵ ਜੀ ਦੀ ਪੰਕਤੀ ਪੜ੍ਹ ਕੇ ਸੁਣਾਈ। ਰਾਮ ਸੰਗ ਨਾਮਦੇਵ ਜਨ ਕੋ ਪ੍ਰਤੱਗਿਆ ਆਈ, ਏਕਾਦਸ਼ੀ ਬ੍ਰਤ ਰਹਿ ਕਾਹੇ ਕੋ ਤੀਰਥ ਜਾਈ। ਕਹਿੰਦੇ ਨਾਮਦੇਵ ਜੀ
ਨੂੰ ਕਹਿੰਦੇ ਆ ਵੀ ਨਾਮ ਜਪ ਜਪ ਕੇ ਮੇਰੇ ਅੰਦਰ ਭਰੋਸਾ ਵੱਜ ਗਿਆ, ਹੁਣ ਵਰਤ ਦੀ ਲੋੜ ਨਹੀਂ ਹੈਗੀ, ਤੀਰਥਾਂ ਤੇ ਜਾਣ ਦੀ ਲੋੜ ਨਹੀਂ ਹੈਗੀ, ਮੁੱਖ ਵਾਹਿਗੁਰੂ ਜੀ ਦਾ ਨਾਮ ਹੈ ਜੀ। ਇੱਕ ਸ਼ਬਦ ਹੈ ਜਿਹਦੇ ਵਿੱਚ ਮਹਾਰਾਜ ਨੇ ਸਾਰਿਆਂ ਦਾ ਜ਼ਿਕਰ ਕੀਤਾ, ਰੋਵੈ ਇੰਦਰ ਨਿਕਾਲਾ ਭਇਆ, ਵਾਹਿਗੁਰੂ ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਛਮਨ ਵਿਛੜ ਗਿਆ। ਇਸ ਸ਼ਲੋਕ ਦਾ ਜਿਹੜਾ ਮੁੱਖ ਭਾਵ ਹੈ ਨਾ, ਮਹਾਰਾਜ ਕਹਿੰਦੇ ਆ ਔਰੀ ਕਰਮ ਨਾ ਲੇਖੈ ਪਾਏ। ਜਿੰਨਾ ਮਰਜ਼ੀ ਦਾਨ ਪੁੰਨ ਤੀਰਥਾਂ ਤੇ ਬੰਦਾ ਚਲੇ ਜਾਵੇ, ਜੇ ਵਾਹਿਗੁਰੂ ਦਾ ਨਾਮ ਨਹੀਂ ਨਾ ਜਪਦਾ, ਕਿਸੇ ਲੇਖੇ ਵੀ ਕੰਮ ਨਹੀਂ ਹੈਗੇ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਉਹਦੇ ਵਿੱਚ ਬੜਿਆਂ ਬੜਿਆਂ ਦੀਆਂ ਉਦਾਹਰਣਾਂ ਦਿੱਤੀਆਂ, ਬੜੇ ਬੜੇ ਮੰਨੇ ਪ੍ਰਤਿਸ਼ਠ ਬੰਦੇ, ਉਹਨਾਂ ਦੀਆਂ ਉਦਾਹਰਣਾਂ ਦਿੱਤੀਆਂ। ਨਾਮ ਨਹੀਂ ਜਪਿਆ, ਮਹਾਰਾਜ ਕਹਿੰਦੇ ਨਾਨਕ ਦੁਖੀਆ ਸਭ ਸੰਸਾਰ, ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਉਹਦੇ ਵਿੱਚ ਸਭ ਮਹਾਰਾਜ ਨੇ ਸਾਫ਼ ਸਾਫ਼ ਗੱਲ ਦੱਸੀ ਹੈ, ਔਰੀ ਕਰਮ ਨਾ ਲੇਖੈ ਪਾਏ। ਮੁੱਖ ਨਾਮ ਹੈ, ਜਿਹਨੇ ਨਾਮ ਜਪ ਲਿਆ ਉਹਦੀ ਸੇਵਾ, ਉਹਦਾ ਦਾਨ ਪੁੰਨ, ਉਹਦੇ ਵਰਤ, ਉਹਦੇ ਤੀਰਥ ਜਿਹੜੇ ਆ ਉਹ ਸਫਲੇ ਆ, ਬਾਕੀ ਸਭ ਪਖੰਡ ਮਾਤਰ ਨੇ। ਨਾਮ ਜਿਹਨੇ ਪ੍ਰੇਮ ਨਾਲ ਜਪਿਆ, ਨਾਮ ਹੀ ਸ਼੍ਰੋਮਣੀ ਹੈ। ਗੁਰੂ ਅਰਜਨ ਦੇਵ ਜੀ ਹੁਣ ਅੱਗੋਂ ਬਚਨ ਕਰ ਰਹੇ ਆ, ਭਾਈ ਜੋਧ ਜੀ ਤੇ ਭਾਈ ਢੇਸੀ ਜੀ ਦੇ ਬਹੁਤ ਮਿਹਰ ਵਾਲੇ ਨੇ ਦੋਵੇਂ ਇਹ ਸਿੱਖ, ਇਹਨਾਂ ਨੂੰ ਉੱਤਰ ਦੇ ਰਹੇ ਆ। ਆਓ ਅੱਗੋਂ ਕਥਾ ਸਰਵਣ ਕਰੀਏ, ਪਿਆਰ ਨਾਲ ਗੱਜ ਕੇ ਸਾਰੀ ਸੰਗਤ ਆਖੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਬਿਪਰ ਜਾਤ ਤਨ ਕੇ ਅਭਿਮਾਨੀ। ਮਹਾਰਾਜ ਕਹਿਣ ਲੱਗੇ ਜੋ ਮਰਜ਼ੀ ਹੈ, ਜਿਹੜੇ ਬ੍ਰਾਹਮਣ ਨੇ ਜਾਤ ਦਾ ਤੇ ਸਰੀਰ ਦਾ ਮਾਣ ਹੈਗਾ, ਮਹਾਰਾਜ ਕਹਿਣ ਲੱਗੇ ਸਰੀਰ ਦਾ ਮਾਣ ਹੈਗਾ, ਜਾਤ ਦਾ ਮਾਣ ਹੈਗਾ ਜੀ। ਵਾਹਿਗੁਰੂ ਇਹ ਨਹੀਂ ਟਿਕਣ ਦਿੰਦਾ ਜੀ। ਕਿਸੇ ਇੱਕ ਚੀਜ਼ ਦਾ ਵੀ ਜੇ ਮਾਣ ਹੋ ਗਿਆ ਨਾ, ਨਾਮ ਨਹੀਂ ਹਿਰਦੇ 'ਚ ਟਿਕ ਸਕਦਾ ਜੀ, ਸਿਮਰਨ ਨਹੀਂ ਟਿਕ ਸਕਦਾ ਜੀ। ਬੜੀ ਔਖੀ ਪੜ੍ਹਾਈ ਹੈ। ਅਸੀਂ ਤਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਮਾਣ 'ਚ ਹੀ ਡੁੱਬੇ ਪਏ ਹਾਂ, ਮਾਣ ਨਾਲ ਹੀ ਭਰੇ ਪਏ ਹਾਂ, ਤੇ ਧਾਰਮਿਕ ਹੋਣ ਦਾ ਵਿਖਾਵਾ ਹੈ। ਮਹਾਰਾਜ ਕਹਿਣ ਲੱਗੇ ਬ੍ਰਾਹਮਣ ਲੋਕ ਸਰੀਰ ਦੇ ਹੰਕਾਰੀ ਹੁੰਦੇ ਨੇ, ਵੀ ਸਾਡੀ ਉੱਤਮ ਕੁੱਲ ਹੈ, ਉੱਤਮ ਸਰੀਰ ਹੈ। ਹਾਂਜੀ। ਗੁਰਸਿੱਖ ਹੋਵਤ ਆਤਮ ਗਿਆਨੀ। ਪਰ ਜਿਹੜੇ ਗੁਰਸਿੱਖ ਨੇ, ਗੁਰੂ ਦੇ ਰੰਗ 'ਚ ਰੰਗੇ ਪਏ, ਉਹ ਆਤਮ ਗਿਆਨੀ ਹੁੰਦੇ ਆ ਜੀ। ਤੁਸੀਂ ਸੁਣਿਆ ਨਾ ਭਾਈ ਸੰਮਣ ਜੀ ਦਾ ਜ਼ਿਕਰ, ਸਕਾ ਪੁੱਤ ਚੜ੍ਹਾਈ ਕਰ ਗਿਆ, ਫਿਰ ਵੀ ਆਤਮ ਅਵਸਥਾ ਟਿਕੀ ਹੋਈ ਦੀ, ਆਤਮਕ ਅਵਸਥਾ। ਮਹਾਰਾਜ ਕਹਿਣ ਲੱਗੇ ਗੁਰਸਿੱਖ ਆਤਮ ਗਿਆਨੀ ਹੁੰਦੇ ਆ, ਅੰਦਰ ਦਾ ਗਿਆਨ ਹੁੰਦਾ ਉਹਨਾਂ ਨੂੰ। ਤਰਹਿ ਅਹੰ ਤਨ ਸੇ ਚੰਡਾਲ। ਮਹਾਰਾਜ ਕਹਿਣ ਲੱਗੇ ਹੈ ਬ੍ਰਾਹਮਣ, ਸਰੀਰ ਦਾ ਮਾਣ ਕਰਦੇ ਨੇ, ਚੰਡਾਲ ਹੀ ਨੇ। ਚੰਡਾਲ, ਚੰਡਾਲ ਨੀਵੀਂ ਜਾਤ ਦਾ ਹੁੰਦਾ ਜੀ। ਹਾਂਜੀ, ਉਹਦਾ ਕੰਮ ਹੁੰਦਾ ਮੁਰਦੇ ਸਾੜਨਾ ਜੀ। ਮਹਾਰਾਜ ਕਹਿੰਦੇ ਉਹ ਚੰਡਾਲ ਵਰਗੇ ਹੀ ਨੇ। ਪ੍ਰੀਤ ਚਰਮ ਚਰਬੀ ਕੇ ਨਾਲ। ਕਿਉਂ? ਉਹਨਾਂ ਦਾ ਪ੍ਰੇਮ ਜਿਹੜਾ ਉਹ ਚੰਮ ਨਾਲ ਹੈ, ਚਰਬੀ ਨਾਲ ਹੈ। ਇਹਦੀ ਗੋਰੀ ਚਮੜੀ ਹੈ, ਇਹਦੀ ਕਾਲੀ ਹੈ ਤੇ ਰੱਬ ਦੀਆਂ ਹੀ ਬਣਾਈਆਂ ਨੇ ਨਾ। ਹਾਂਜੀ, ਬਹੁਤ ਔਖਾ ਹੈਗਾ ਮਾਣ ਤੋਂ ਬਚਣਾ ਸੰਗਤ ਜੀ, ਹੰਕਾਰ ਤੋਂ ਬਚਣਾ ਬਹੁਤ ਔਖੀ ਗੱਲ ਹੈਗੀ ਜੀ। ਹਾਂਜੀ। ਸੋ ਬ੍ਰਾਹਮਣ ਜਿਨ ਬ੍ਰਹਮ ਪਛਾਨਿਓ। ਹਾਂਜੀ। ਸਭ ਘਟ ਮੈਂ ਇੱਕ ਪੂਰਨ ਜਾਣਿਓ। ਸੱਚੇ ਪਾਤਸ਼ਾਹ ਗੁਰਬਾਣੀ ਦੀ ਪੰਕਤੀ ਦੱਸਦੇ, ਬ੍ਰਾਹਮਣ ਕੌਣ ਹੈ? ਬ੍ਰਾਹਮਣ ਉਹ ਹੈ ਜਿਹਨੇ ਬ੍ਰਹਮ ਨੂੰ ਜਾਣ ਲਿਆ ਹੈ ਜੀ, ਪਛਾਣ ਲਿਆ, ਜਾਣ ਲਿਆ। ਨਿਰੀ ਵਿੱਦਿਆ ਪੜ੍ਹਨ ਵਾਲਾ ਬ੍ਰਾਹਮਣ ਨਹੀਂ ਹੈਗਾ ਜੀ। ਗੁਰਬਾਣੀ 'ਚ ਬੜੀਆਂ ਥਾਵਾਂ ਤੇ ਆਉਂਦਾ, ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹੈ, ਏਕ ਸ਼ਬਦ
ਲਿਵ ਲਾਏ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸੋ ਬ੍ਰਾਹਮਣ ਜਿਨ ਬ੍ਰਹਮ ਪਛਾਨਿਓ। ਆਖੀ ਜਾਣਾ ਜੀ ਮੈਂ ਬ੍ਰਾਹਮਣ ਹੈਗਾ ਜੀ, ਮੈਂ ਬ੍ਰਾਹਮਣ ਹੈਗਾ। ਬ੍ਰਹਮ ਨੂੰ ਪਛਾਣਿਆ ਹੀ ਨਹੀਂ ਤੇ ਕਾਹਦਾ ਬ੍ਰਾਹਮਣ ਹੈਗਾ ਜੀ। ਜਿਹਨੇ ਬ੍ਰਹਮ ਨੂੰ ਪਛਾਣ ਲਿਆ, ਜਾਣ ਲਿਆ, ਉਹ ਬ੍ਰਾਹਮਣ ਹੈ। ਸਭ ਘਟ ਮੈਂ ਇੱਕ ਪੂਰਨ ਜਾਣਿਓ। ਕੀ ਬ੍ਰਹਮ ਨੂੰ ਜਾਣਿਆ? ਹੁਣ ਆਖੇ ਜੀ ਰੱਬ ਨੂੰ ਜਾਣ ਲਿਆ। ਕੀ ਜਾਣ ਲਿਆ ਰੱਬ ਨੂੰ? ਹਰ ਇੱਕ ਵਿੱਚ ਵਾਹਿਗੁਰੂ ਨੂੰ ਜਾਣਨਾ, ਇਹ ਬ੍ਰਹਮ ਨੂੰ ਜਾਣਨਾ ਹੈ। ਹਰ ਇੱਕ ਵਿੱਚ ਵਾਹਿਗੁਰੂ ਨੂੰ ਜਾਣਨਾ। ਹਾਂਜੀ। ਕਹੋ ਕਬੀਰ ਜੋ ਬ੍ਰਹਮ ਵਿਚਾਰੈ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਕਹਿੰਦੇ, ਕਬੀਰ ਜੀ ਨੇ ਕਿਹਾ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ ਆਪਣੇ ਮਨ ਵਿੱਚ, ਹਾਂਜੀ, ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਅਸੀਂ ਤੇ ਉਹਨੂੰ ਹੀ ਬ੍ਰਾਹਮਣ ਕਹਿੰਦੇ ਆ। ਇਹ ਨਹੀਂ ਵੀ ਜਿਹਦਾ ਬ੍ਰਾਹਮਣਾਂ ਦੇ ਘਰ ਜਨਮ ਹੋ ਗਿਆ ਉਹ ਬ੍ਰਾਹਮਣ ਹੈ। ਸੰਗਤ ਜੀ, ਸੰਤਾਂ ਦੇ ਘਰ ਪੈਦਾ ਹੋਏ ਬੱਚੇ ਜ਼ਰੂਰੀ ਨਹੀਂ ਸੰਤ ਹੀ ਹੋਣ ਜੀ। ਉਹ ਗਲਤ ਪਾਸੇ ਵੀ ਜਾ ਸਕਦੇ ਆ। ਮਹਾਰਾਜ ਕਹਿੰਦੇ ਅਸੀਂ ਤੇ ਉਹਨੂੰ ਬ੍ਰਾਹਮਣ ਮੰਨਦੇ ਆ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ। ਹੁਣ ਕੋਈ ਨੀਵੀਂ ਜਾਤ ਵਾਲਾ ਹੈ ਜੀ, ਉਹਨੇ ਬ੍ਰਹਮ ਨੂੰ ਪਛਾਣ ਲਿਆ, ਘਟ ਘਟ ਵਿੱਚ ਬ੍ਰਹਮ ਨੂੰ ਵੇਖ ਲਿਆ, ਉਹ ਕੀ ਹੈ? ਉਹ ਬ੍ਰਾਹਮਣ ਹੈ ਜੀ। ਲੋਕ ਰਵਿਦਾਸ ਜੀ ਨੂੰ ਚਮਾਰ ਕਹਿੰਦੇ ਆ। ਰਵਿਦਾਸ ਜੀ ਚਮਾਰ ਨਹੀਂ ਹਨ, ਰਵਿਦਾਸ ਦੀ ਬਾਣੀ ਦੇ ਮੁਤਾਬਕ ਬ੍ਰਾਹਮਣ ਹਨ ਜੀ। ਕਿਉਂ? ਉਹਨਾਂ ਬ੍ਰਹਮ ਨੂੰ ਪਛਾਣ ਲਿਆ ਜੀ। ਭਗਤ ਕਬੀਰ ਜੀ ਨੂੰ ਜੁਲਾਹਾ ਕਹਿੰਦੇ ਆ, ਪਰ ਭਗਤ ਕਬੀਰ ਜੀ ਸੰਗਤ ਜੀ ਉਹ ਬ੍ਰਾਹਮਣ ਹਨ। ਮੈਂ ਕੱਲ ਵੀ ਪੰਡਤ ਗੁਲਾਬ ਸਿੰਘ ਜੀ ਦੀ ਗੱਲ ਤੁਹਾਨੂੰ ਦੱਸੀ ਸੀ। ਬੜੇ ਵੱਡੇ ਵਿਦਵਾਨ ਹੋਏ ਨੇ ਸਿੱਖ ਪੰਥ ਦੇ ਜੀ। ਜੱਟ ਪਰਿਵਾਰ ਵਿੱਚੋਂ ਸਨ। 12 ਸਾਲਾਂ ਬਾਅਦ ਮਾਂ ਪਿਓ ਦੇ ਘਰ ਉਹਨਾਂ ਦਾ ਜਨਮ ਹੋਇਆ ਸੀਗਾ ਜੀ। ਘਰਦਿਆਂ ਨੇ ਕਿਹਾ ਇੰਝ ਆ ਜਿਵੇਂ ਗੁਲਾਬ ਖਿੜਿਆ ਸਾਡੇ ਬਾਗ 'ਚ, ਉਹਦਾ ਨਾਮ ਹੀ ਗੁਲਾਬ ਸਿੰਘ ਰੱਖਿਆ ਜੀ। ਸ਼ੁਰੂ ਤੋਂ ਧਾਰਮਿਕ ਸੁਭਾਅ ਦੇ ਸਨ। ਮਾਂ ਪਿਓ ਨੇ ਆਖਿਆ ਕਿ ਧਾਰਮਿਕ ਸੁਭਾਅ ਦਾ ਸੰਤਾਂ ਕੋ ਭੇਜ ਦਈਏ। ਸੰਤਾਂ ਦੇ ਕੋਲ ਪੰਡਿਤ ਗੁਲਾਬ ਸਿੰਘ ਜੀ ਨੇ ਗ੍ਰੰਥ ਪੜ੍ਹੇ। ਕਹਿੰਦੇ ਹੋਰ ਪੜ੍ਹਾਓ, ਹੋਰ ਪੜ੍ਹਾਓ, ਹੋਰ ਪੜ੍ਹਾਓ। ਉਹਨਾਂ ਮਹਾਂਪੁਰਸ਼ਾਂ ਕੋਲ ਜਿੰਨੀ ਵਿੱਦਿਆ ਸੀ ਨਾ, ਉਹਨਾਂ ਸਾਰੇ ਗ੍ਰੰਥ ਪੜ੍ਹਾਤੇ। ਪੰਡਿਤ ਗੁਲਾਬ ਸਿੰਘ ਕਹਿੰਦੇ ਨਹੀਂ, ਮੈਂ ਅਜੇ ਹੋਰ ਪੜ੍ਹਨੇ ਆ। ਉਹ ਕਹਿਣ ਲੱਗੇ ਫਿਰ ਕਾਂਸ਼ੀ ਚਲੇ ਜਾ, ਉੱਥੇ ਬ੍ਰਾਹਮਣ ਪੜ੍ਹਾਉਣਗੇ। ਉਹ ਜਦੋਂ ਕਾਂਸ਼ੀ ਗਏ, ਕਾਂਸ਼ੀ ਵਿੱਚ ਜਾ ਕੇ ਬ੍ਰਾਹਮਣਾਂ ਨੂੰ ਮਿਲੇ। ਬ੍ਰਾਹਮਣਾਂ ਨੂੰ ਆਖਿਆ ਮੈਨੂੰ ਗ੍ਰੰਥ ਪੜ੍ਹਾ ਦਿਓ। ਬ੍ਰਾਹਮਣ ਕਹਿਣ ਲੱਗੇ ਤੇਰੀ ਜਾਤ ਕੀ ਹੈ? ਕਹਿੰਦੇ ਜੀ ਮੈਂ ਜੱਟ ਹਾਂ। ਕਹਿੰਦੇ ਤੂੰ ਸ਼ੂਦਰ ਹੈ, ਤੈਨੂੰ ਨਹੀਂ ਅਸੀਂ ਪੜ੍ਹਾ ਸਕਦੇ। ਬੜੇ ਤਰਲੇ ਲਏ ਜੀ, ਨਹੀਂ ਪੜ੍ਹਾਇਆ ਜੀ। ਇੱਕ ਬ੍ਰਾਹਮਣ ਨੇ ਫਿਰ ਘਰ 'ਚ ਨੌਕਰ ਰੱਖ ਲਿਆ। ਉਹਨਾਂ ਮਾਂ ਪਿਓ ਸਾਰਿਆਂ ਨੂੰ ਗੁਲਾਬ ਸਿੰਘ ਜੀ ਛੱਡ ਕੇ ਗਏ ਸੀ ਵਿੱਦਿਆ ਪੜ੍ਹਨ ਵਾਸਤੇ ਜੀ। ਇੱਕ ਬ੍ਰਾਹਮਣ ਨੇ ਘਰ 'ਚ ਉਹਨਾਂ ਨੂੰ ਨੌਕਰ ਰੱਖ ਲਿਆ। ਪੁੱਤਰ ਨੂੰ ਖਿਡਾਉਣਾ, ਬ੍ਰਾਹਮਣ ਦੀ ਘਰ ਵਾਲੀ ਨਾਲ ਕੰਮ ਕਰਾਉਣੇ ਘਰ ਦੇ। ਇਹੋ ਜਿਹਾ ਸਮਾਂ ਆ ਗਿਆ, ਬ੍ਰਾਹਮਣ ਦਾ ਪੁੱਤਰ ਗੁਲਾਬ ਸਿੰਘ ਜੀ ਤੋਂ ਬਗੈਰ ਨਾ ਰਵੇ ਜੀ। ਪਤਨੀ ਆਖੇ ਗੁਲਾਬ ਸਿੰਘ ਤੋਂ ਬਗੈਰ ਸਰਦਾ ਨਹੀਂ, ਘਰ ਦੇ ਸਾਰੇ ਕੰਮ ਹੀ ਉਹ ਕਰਦਾ। ਗੁਲਾਬ ਸਿੰਘ ਹੋਣੀ ਵੀ ਫਿਰ ਸਿਆਣੇ ਸੀਗੇ ਜੀ। ਜਦੋਂ ਉਹਨਾਂ ਵੇਖਿਆ ਵੀ ਹੁਣ ਇਹਨਾਂ ਦਾ ਮੇਰੇ ਤੋਂ ਬਗੈਰ ਸਰਨਾ ਨਹੀਂ, ਉਹ ਚੁੱਪ ਕਰਕੇ ਉੱਥੋਂ ਨਿਕਲ ਆਏ ਜੀ। ਜਦੋਂ ਉਹਨਾਂ ਦੇ ਘਰੋਂ ਨਿਕਲ ਆਏ, ਉਹ ਕਹਿਣ ਲੱਗੇ, ਘਰ ਵਾਲੀ ਕਵੇ ਬ੍ਰਾਹਮਣ ਨੂੰ ਵੀ ਗੁਲਾਬ ਨੂੰ ਲੈ ਕੇ ਆਓ। ਬ੍ਰਾਹਮਣ ਦਾ ਪੁੱਤ ਵੀ ਕਵੇ ਗਾਬੇ ਨੂੰ ਲੈ ਕੇ ਆਓ। ਬ੍ਰਾਹਮਣ ਕਵੇ ਮੈਂ ਕਿੱਥੋਂ ਲਿਆਵਾਂ? ਉਹ ਕਹਿੰਦੇ ਸਾਡਾ ਸਰਦਾ ਹੀ ਨਹੀਂ। ਬੜੀ ਮੁਸ਼ਕਲ ਲੱਭਿਆ ਜੀ ਗੁਲਾਬ ਸਿੰਘ ਹੋਣਾ ਨੂੰ। ਤੇ ਗੁਲਾਬ ਸਿੰਘ ਹੋਣਾ ਨੂੰ ਬ੍ਰਾਹਮਣ ਕਹਿਣ ਲੱਗਾ, ਕਹਿੰਦਾ ਗੁਲਾਬ ਚੱਲ, ਕਹਿਣ ਲੱਗਾ ਘਰ ਚੱਲ, ਤੇਰੇ ਤੋਂ ਬਗੈਰ ਨਹੀਂ ਸਰਦਾ। ਕਹਿੰਦੇ ਕਿਉਂ? ਮੈਂ ਕਿਉਂ ਜਾਵਾਂ? ਕਹਿੰਦਾ ਮੇਰੀ ਪਤਨੀ ਦਾ ਨਹੀਂ ਸਰਦਾ, ਮੇਰੇ ਪੁੱਤਰ ਦਾ ਨਹੀਂ ਸਰਦਾ। ਗੁਲਾਬ ਸਿੰਘ ਕਹਿੰਦੇ ਮੈਂ ਵਿੱਦਿਆ ਪੜ੍ਹਨ ਵਾਸਤੇ ਆਇਆ ਸਾਂ, ਤੁਸੀਂ ਬ੍ਰਾਹਮਣ ਹੋ, ਤੁਸੀਂ ਕਿਹਾ ਤੂੰ ਸ਼ੂਦਰ ਹੈ, ਤੂੰ ਵਿੱਦਿਆ ਨਹੀਂ ਪੜ੍ਹ ਸਕਦਾ।
ਮੈਂ ਵੀ ਆਪਣੇ ਮਾਪਿਓ ਨੂੰ ਛੱਡ ਕੇ ਆਇਆ, ਮੇਰੇ ਮਾਪਿਓ ਦਾ ਵੀ ਮੇਰੇ ਤੋਂ ਬਗੈਰ ਨਹੀਂ ਸਰਦਾ। ਉਹ ਹੁਣ ਬ੍ਰਾਹਮਣ ਫਸਿਆ ਸੀਗਾ ਜੀ। ਉਹਨੇ ਕਿਹਾ ਚੱਲ ਆ, ਤੈਨੂੰ ਮੈਂ ਪੜ੍ਹਾ ਦਿਆ ਕਰਾਂਗਾ, ਪਰ ਤੂੰ ਮੇਰੇ ਲਾਗੇ ਨਹੀਂ ਬਹਿ ਕੇ ਪੜ੍ਹ ਸਕਦਾ, ਲਾਗੇ ਨਹੀਂ ਬਹਿ ਕੇ ਪੜ੍ਹ ਸਕਦਾ। ਕਹਿੰਦੇ ਫਿਰ ਕਿਵੇਂ ਪੜ੍ਹਾਂ? ਕਹਿਣ ਲੱਗਾ ਪੜਦਾ ਕਰ ਲੈਨੇ, ਮੈਂ ਬੱਚਿਆਂ ਨੂੰ ਪੜ੍ਹਾਇਆ ਕਰਾਂਗਾ, ਤੂੰ ਇੱਕ ਪਾਸੇ ਬਹਿ ਕੇ ਪੜ੍ਹੀ ਜਾਇਆ ਕਰ, ਲਿਖੀ ਜਾਇਆ ਕਰ। ਪੰਡਤ ਗੁਲਾਬ ਸਿੰਘ ਹੋਣਾ ਨੇ ਫਿਰ ਉਂਝ ਹੀ ਸਾਧ ਸੰਗਤ ਜੀ ਲਿਖੀ ਜਾਣਾ, ਯਾਦ ਕਰੀ ਜਾਣਾ। ਉੱਥੋਂ ਹੀ ਵੇਦ ਸਿਮਰਤੀਆਂ ਸ਼ਾਸਤਰ ਯਾਦ ਕਰ ਲਏ ਜੀ। ਕੁਝ ਸਾਲਾਂ ਦੇ ਵਿੱਚ 12 ਗ੍ਰੰਥ ਲਿਖ ਦਿੱਤੇ ਜੀ ਉਹਨਾਂ ਨੇ, 12 ਗ੍ਰੰਥ। ਕਾਂਸ਼ੀ ਵਿੱਚ ਧੂਮਾਂ ਪੈ ਗਈਆਂ, ਸਭ ਬ੍ਰਾਹਮਣ ਇਕੱਠੇ ਹੋਏ। ਉਹਨਾਂ ਨੇ ਸੋਚਿਆ ਸਾਡੀ ਵਿੱਦਿਆ ਤੇ ਸ਼ੂਦਰਾਂ ਕੋ ਵੀ ਚਲੇਗੀ, ਇਹ ਤੇ ਆਮ ਹੀ ਗੱਲ ਹੋ ਗਈ। ਉਹ ਫਿਰ ਉਸ ਬ੍ਰਾਹਮਣ ਕੋਲ ਗਏ ਜੀ, ਜਿਹੜਾ ਪੰਡਤ ਗੁਲਾਬ ਸਿੰਘ ਜੀ ਦਾ ਉਸਤਾਦ ਸੀ। ਉਹਨੂੰ ਸਾਰੇ ਬ੍ਰਾਹਮਣ ਇਕੱਠੇ ਹੋ ਕੇ ਉਹਦੇ ਘਰ ਚਲੇ ਗਏ। ਉਹਨੇ ਬੜਾ ਸਤਿਕਾਰ ਕੀਤਾ। ਕਹਿੰਦੇ ਅਸੀਂ ਕੁਝ ਮੰਗਾਂਗੇ, ਨਾ ਤੇ ਨਹੀਂ ਕਰੇਗਾ? ਕਹਿੰਦੇ ਨਹੀਂ ਕਰਦਾ। ਕਹਿੰਦੇ ਫਿਰ ਗੁਲਾਬ ਸਿੰਘ ਨੇ 12 ਗ੍ਰੰਥ ਲਿਖੇ ਆ, ਸਾਰੇ ਗ੍ਰੰਥ ਸਾਨੂੰ ਦੇ ਦਿਓ, ਅਸੀਂ ਲਾਇਬ੍ਰੇਰੀ ਚਲਾਉਣੇ ਆ। ਪੰਡਤ ਗੁਲਾਬ ਸਿੰਘ ਨੂੰ ਪਤਾ ਸੀਗਾ ਵੀ ਇਹ ਛਲ ਕਰ ਰਹੇ ਆ। 4 ਗ੍ਰੰਥ ਕੋਈ ਲੈ ਕੇ ਗਿਆ ਸੀ ਪੜ੍ਹਨ ਵਾਸਤੇ, ਸੰਗਤ ਜੀ ਉਹਦੇ ਕੋਲ ਸਨ। 8 ਗ੍ਰੰਥ ਪੰਡਤ ਗੁਲਾਬ ਸਿੰਘ ਨੇ ਰੋਂਦਿਆਂ ਹੋਇਆਂ ਨੇ ਦਿੱਤੇ ਜੀ। ਔਰ ਨਾਲ ਉਹਨਾਂ ਬ੍ਰਾਹਮਣਾਂ ਨੇ ਪ੍ਰਤਿੱਗਿਆ ਲਈ, ਅੱਜ ਤੋਂ ਬਾਅਦ ਤੂੰ ਕੋਈ ਗ੍ਰੰਥ ਨਹੀਂ ਲਿਖਣਾ। ਬੈਰਾਗ ਕਰਦਿਆਂ ਨੇ ਉਹ ਗ੍ਰੰਥ ਦਿੱਤੇ, ਮਿਹਨਤ ਸੀਗੀ। ਤੇ ਬ੍ਰਾਹਮਣਾਂ ਨੇ ਕੀ ਕੀਤਾ ਜੀ? ਉਹ ਗ੍ਰੰਥ ਸਾੜ ਦਿੱਤੇ ਜੀ। ਗੱਜ ਕੇ ਆਖੋ। ਉਹ ਬੜੇ ਵਿਦਵਤਾ ਵਾਲੇ ਸਨ। ਗੱਲ ਕੀ ਵੀ ਅਸੀਂ ਬ੍ਰਾਹਮਣ ਆ, ਉਹ ਸ਼ੂਦਰ ਹੈ। ਸਾਡੀ ਜਿਹੜੀ ਆ ਉਹ ਜਿੱਤ ਹੋਣੀ ਚਾਹੀਦੀ ਹੈ, ਅਸੀਂ ਵਿਦਵਾਨ ਹੋਣੇ ਚਾਹੀਦੇ ਆ, ਦੂਜਾ ਨਹੀਂ ਕੋਈ ਹੋਣਾ ਚਾਹੀਦਾ। ਉਹ ਜਿਹੜੇ 4 ਗ੍ਰੰਥ ਸਨ ਨਾ, ਕੋਈ ਲੈ ਕੇ ਗਿਆ ਪੜ੍ਹਨ ਵਾਸਤੇ, ਉਹ ਬਚ ਗਏ, ਉਹ ਅੱਜ ਵੀ ਮਿਲ ਜਾਂਦੇ ਆ। ਬਾਕੀ ਗ੍ਰੰਥ ਸਭ ਸੜ ਗਏ ਜੀ। ਕਿੰਨਾ ਜਾਤ ਦਾ ਮਾਣ ਹੈ। ਇਹੋ ਜਿਹੇ ਬੰਦੇ ਕਹਿਣ ਅਸੀਂ ਨਾਮ ਜਪਦੇ ਆ, ਨਹੀਂ, ਤੁਹਾਡੇ ਨਾਮ ਜਪਣ ਦਾ ਕੋਈ ਫਾਇਦਾ ਨਹੀਂ ਹੈਗਾ, ਕੋਈ ਲਾਭ ਨਹੀਂ ਹੈਗਾ। ਇਸ ਕਰਕੇ ਲੋਕ ਕਹਿੰਦੇ ਆ ਕਬੀਰ ਜੀ ਨੂੰ ਜੁਲਾਹਾ, ਪਰ ਭਗਤ ਕਬੀਰ ਜੀ ਗੁਰੂ ਦੀ ਬਾਣੀ ਅਨੁਸਾਰ ਬ੍ਰਾਹਮਣ ਨੇ ਜੀ, ਬ੍ਰਾਹਮਣ ਨੇ। ਹਾਂਜੀ। ਹਾੜ ਚਰਮ ਨਿਜ ਸ਼ਰੋਨਤ ਮਾਸ, ਧਰੈ ਪ੍ਰੀਤ ਚੰਡਾਲ ਆਵਾਸ। ਸੱਚੇ ਪਾਤਸ਼ਾਹ ਕਹਿਣ ਲੱਗੇ ਹੱਡ ਚੰਮ ਮਿੱਝ ਲਹੂ ਮਾਸ, ਇਹਦੇ ਨਾਲ ਹੀ ਪਿਆਰ ਕਰਦੇ ਆ, ਸਰੀਰ ਨਾਲ ਪਿਆਰ ਕਰਦੇ ਆ। ਮਹਾਰਾਜ ਕਹਿੰਦੇ ਬ੍ਰਾਹਮਣ ਨਹੀਂ, ਚੰਡਾਲ ਹੈਗੇ ਆ। ਹਾਂਜੀ। ਤੁਮ ਬ੍ਰਾਹਮਣ ਹੋ ਬ੍ਰਹਮ ਪਛਾਤਾ। ਮਹਾਰਾਜ ਕਹਿੰਦੇ ਤੁਹਾਡੀ ਜਾਤ ਵੀ ਬ੍ਰਾਹਮਣ ਹੈ, ਤੁਸੀਂ ਬ੍ਰਹਮ ਨੂੰ ਪਛਾਣ ਲਿਆ, ਤੁਸੀਂ ਬ੍ਰਾਹਮਣ ਹੀ ਹੋ, ਕਹਿਣ ਲੱਗੇ। ਹਾਂਜੀ। ਨਿਜ ਸਰੂਪ ਕੇ ਨਿਤ ਰੰਗ ਰਾਤਾ। ਨਿੱਜੀ ਸਰੂਪ ਦੇ ਰੰਗ ਵਿੱਚ ਰੱਤੇ ਪਏ ਹੋ, ਤੁਸੀਂ ਬ੍ਰਾਹਮਣ ਹੋ, ਮਹਾਰਾਜ ਕਹਿਣ ਲੱਗੇ। ਕੋਈ ਵੀ ਬ੍ਰਾਹਮਣ ਬਣ ਸਕਦਾ ਹੈ, ਨੀਵੀਂ ਜਾਤ ਵਾਲਾ ਵੀ ਬ੍ਰਾਹਮਣ ਹੈ, ਜੇ ਬ੍ਰਹਮ ਦੀ ਵਿਚਾਰ ਹੈ ਉਹਦੇ ਕੋਲ ਤੇ। ਹਾਂਜੀ। ਤਰਪਨ ਪਿੰਡ ਪੱਤਲ ਗਾਇਤਰੀ। ਮਹਾਰਾਜ ਕਹਿੰਦੇ ਸੂਰਜ ਨੂੰ ਪਾਣੀ ਦੇਣਾ, ਪਿੰਡ ਪੱਤਲ ਗਾਇਤਰੀ ਮੰਤਰ ਦਾ ਜਾਪ ਕਰਨਾ। ਹਾਂਜੀ। ਪਿੱਤਰ ਲੋਕ ਪ੍ਰਾਪਤ ਪਵਿੱਤਰੀ। ਇਹ ਸਭ ਕੁਝ ਇਸੇ ਕਰਕੇ ਕਰਦੇ ਨਾ ਵੀ ਪਿੱਤਰਾਂ ਨੂੰ ਸੁੱਖ ਮਿਲੇ। ਭੇਵੇ ਅੱਜ ਵੀ ਕਰਦੇ ਆ। ਮੈਂ ਉਹਦੇ 9ਵੇਂ ਪਾਤਸ਼ਾਹ ਦੀ ਕਥਾ 'ਚ ਬੇਨਤੀ ਕੀਤੀ ਸੀਗੀ। ਭੇਵੇ ਅੱਜ ਵੀ ਸੰਗਤ ਜੀ ਉਹ ਸਾਰਾ ਕੁਝ ਕਰਦੇ ਆ ਜੀ। ਪੱਤਲ ਪਿੰਡ ਬਣਾਉਂਦੇ, ਪੱਤਲ ਰੱਖਦੇ ਆ, ਕਾਵਾਂ ਨੂੰ ਖਵਾਉਂਦੇ ਆ। ਸਾਰਾ ਕੁਝ ਕਿਉਂ ਕਰਦੇ ਆ? ਵੀ ਬੰਦੇ ਦੀ ਗਤੀ ਹੋ ਜਾਵੇ ਜੀ। ਹਾਂਜੀ। ਤੁਮ ਸਤਨਾਮ ਜਪੋ ਸੁਖ ਰਾਸ, ਪਹੁੰਚੋ ਵਾਹਿਗੁਰੂ ਪਗ ਪਾਸ। ਮਹਾਰਾਜ ਕਹਿਣ ਲੱਗੇ ਜਿਹੜਾ ਤੁਸੀਂ ਨਾਮ ਜਪਦੇ ਹੋ ਨਾ, ਉਹਦੇ ਵਿੱਚ ਹੀ ਬਜ਼ੁਰਗਾਂ ਨੂੰ ਸੁੱਖ ਹੈਗਾ। ਗੱਜ ਕੇ ਆਖੋ ਵਾਹਿਗੁਰੂ। ਹਾਂ। ਗਾਇਤਰੀ, ਤਰਪਣ, ਪਿੰਡ, ਪੱਤਲ, ਇਹ ਕਿਰਿਆ ਦੇ ਨਾਲ ਸੁੱਖ ਨਹੀਂ ਮਿਲਣਾ। ਜਿਹੜਾ ਤੁਸੀਂ ਨਾਮ ਜਪਦੇ ਹੋ, ਤੁਹਾਡਾ ਆਪਣਾ ਵੀ ਭਲਾ, ਤੁਹਾਡੇ ਪੁੱਤਰਾਂ ਦਾ ਵੀ ਭਲਾ ਜੀ। ਮਹਾਰਾਜ ਨੇ ਸ਼ਬਦ ਆਖਿਆ ਨਾ, ਪੂਤਾ ਮਾਤਾ ਕੀ ਅਸੀਸ। ਇਸ ਸ਼ਬਦ ਵਿੱਚ ਆਖਿਆ ਮਹਾਰਾਜ ਨੇ
ਜਿਸ ਸਿਮਰਤ ਸਭ ਕਿਲ ਵਿਖ ਨਸ ਕਿਲ ਵਿਖ ਨਸ ਹੈ, ਪਿਤਰੀ ਹੋਏ ਉਧਾਰੋ। ਜਿਹਦਾ ਜਾਪ ਕੀਤਿਆਂ ਵੱਡੇ ਵੱਡੇ ਪਾਪਾਂ ਦਾ ਨਾਸ ਹੋ ਜਾਂਦਾ ਤੇ ਪਿਤਰਾਂ ਦਾ ਵੀ ਉਧਾਰ ਹੋ ਜਾਂਦਾ ਜੀ। ਸੋ ਹਰ ਹਰ ਤੁਮ ਸਦ ਹੀ ਜਾਪੋ, ਜਾ ਕਾ ਅੰਤ ਨਾ ਪਾਰੋ। ਅੰਤ ਨਾ ਪਾਰੋ। ਹਾਂਜੀ। ਪਿੱਤਰ ਲੋਕ ਸਿੱਖ ਬਾਂਸ਼ਤ ਨਾਹੀ। ਮਹਾਰਾਜ ਕਹਿਣ ਲੱਗੇ ਸਾਡੇ ਵਿੱਚ ਤੇ ਇਹਨਾਂ ਪਿੱਤਰਾਂ ਦੀ ਕੋਈ ਗੱਲ ਹੀ ਨਹੀਂ ਹੈਗੀ। ਹਾਂਜੀ। ਅਬਿਨਾਸ਼ੀ ਨਿਜ ਰੂਪ ਸਮਾਹੀ। ਨਾਮ ਜਪਣ ਵਾਲਾ ਆਪ ਤਰਦਾ, ਉਹਦੀਆਂ ਕੁੱਲਾਂ ਤਰਦੀਆਂ, ਉਹ ਆਪਣੇ ਨਿੱਜੀ ਸਰੂਪ 'ਚ ਟਿਕ ਜਾਂਦਾ ਹੈ। ਤੇ ਪਿੱਤਰ ਕੁੱਲਾਂ 'ਚ ਹੀ ਆ ਜਾਂਦੇ ਨਾ। 7 ਨਾਨਕਿਆਂ ਦੀਆਂ, 7 ਦਾਦਕਿਆਂ ਦੀਆਂ ਤੇ 7 ਬੰਦੇ ਦੀਆਂ ਆਪਣੀਆਂ। ਭਗਤ ਜਨਾ ਕੇ 21 ਕੁੱਲ ਉਧਾਰੇ। ਹਾਂਜੀ। ਜਿਮ ਸਭ ਛਿਤ ਕੋ ਨਿਰਪਤ ਪਰੰਪੰਨਾ। ਹਾਂਜੀ। ਏਕ ਗ੍ਰਾਮ ਤੇ ਹੋਵੇ ਨਾ ਪ੍ਰਸੰਨਾ। ਮਹਾਰਾਜ ਕਹਿਣ ਲੱਗੇ ਜਿਵੇਂ ਬੜਾ ਵੱਡਾ ਚੱਕਰਵਰਤੀ ਰਾਜਾ ਹੋਵੇ ਜੀ, ਉਹਨੂੰ ਕਹੋ ਇੱਕ ਪਿੰਡ ਦਾ ਰਾਜ ਲੈ ਲਾ, ਉਹ ਤੇ ਅੱਗੇ ਬੜਾ ਵੱਡਾ ਰਾਜਾ ਹੈ। ਹਾਂਜੀ। ਜੇ ਗਰੀਬ ਲੈ ਬਹੁ ਹਰ ਖਾਵੇ, ਤਿਮ ਨਰਕੀ ਪਿਰਤਨਪੁਰ ਪਾਵੇ। ਮਹਾਰਾਜ ਕਹਿਣ ਲੱਗੇ ਪਰ ਜੇ ਕਿਸੇ ਗਰੀਬ ਬੰਦੇ ਨੂੰ ਕਹੋ ਇੱਕ ਪਿੰਡ ਦਾ ਮਾਲਕ ਬਣ ਜਾ, ਉਹ ਖੁਸ਼ ਹੁੰਦਾ ਹੈ। ਗੱਜ ਕੇ ਆਖੋ ਵਾਹ। ਗੱਜ ਕੇ ਆਖੋ ਵਾਹਿਗੁਰੂ। ਉਸੇ ਤਰ੍ਹਾਂ ਹੀ ਨਰਕਾਂ ਨੂੰ ਜਾਣ ਵਾਲੇ ਪਿੱਤਰ ਪੂਰਾ ਪਾਉਣਾ ਚਾਹੁੰਦੇ ਆ। ਕਹਿੰਦੇ ਉਹਨਾਂ ਨੂੰ ਥੋੜਾ ਬਹੁਤਾ ਦਾਨ ਦੇ ਦਿੰਦੇ, ਜਾਂਦੇ ਤਾਂ ਨਰਕਾਂ ਨੂੰ ਹੀ ਹੈ ਨਾ। ਤੇ ਇੱਕ ਬੰਨੇ ਸੱਚਖੰਡ ਦਾ ਰਾਜ ਮਿਲਦਾ ਹੈ। ਹਾਂਜੀ। ਗੁਰ ਕੇ ਸਿੱਖ ਸਵਰਗ ਨਹਿ ਬਾਂਛੈ। ਮਹਾਰਾਜ ਕਹਿਣ ਲੱਗੇ ਉਹ ਕਹਿੰਦੇ ਸਵਰਗਾਂ 'ਚ ਪਹੁੰਚਾ ਤੇ ਗੁਰੂ ਦੇ ਸਿੱਖ ਸਵਰਗ ਨੂੰ ਨਹੀਂ ਮੰਗਦੇ। ਕਿਤੇ ਭੁੱਲ ਕੇ ਵੀ ਨਾ ਕਹੀਏ ਵੀ ਸਵਰਗ 'ਚ ਜਾਣਾ ਹੈ। ਹਾਂਜੀ। ਬ੍ਰਹਮ ਰੂਪ ਪ੍ਰਾਪਤ ਜੇ ਆਛੇ। ਉਹ ਤਾਂ ਬ੍ਰਹਮ ਦੇ ਰੱਬ ਨੂੰ ਪਾਉਣਾ ਚਾਹੁੰਦੇ ਆ, ਸਵਰਗ ਨੂੰ ਨਹੀਂ ਪਾਉਣਾ ਚਾਹੁੰਦੇ। ਹਾਂਜੀ। ਸ਼੍ਰੀ ਅਰਜਨ ਤੇ ਨਿਰਣੈ ਸੁਨ ਕਰ। ਜਦੋਂ ਫਿਰ ਉਹਨਾਂ ਨੇ ਸਾਰਾ ਨਿਰਣੈ ਸੁਣਿਆ, ਭਾਈ ਜੋਧ ਜੀ ਨੇ, ਭਾਈ ਢੇਸੀ ਜੀ ਨੇ, ਹਾਂਜੀ, ਭਏ ਪ੍ਰਸੰਨ ਨਿਰਸੰਸੈ ਦਿਜਬਰ। ਤੇ ਫਿਰ ਉਹ ਦੋਵੇਂ ਬ੍ਰਾਹਮਣ ਖੁਸ਼ ਹੋ ਗਏ ਜੀ। ਉਹ ਕਹਿੰਦੇ ਹੁਣ ਅਸੀਂ ਜਵਾਬ ਦੇ ਸਕਦੇ ਹਾਂ ਉਹਨਾਂ ਨੂੰ, ਜਿਹੜੇ ਸਾਨੂੰ ਕਹਿੰਦੇ ਨਾ ਤੁਸੀਂ ਸਾਡੇ ਲਾਗੇ ਨਹੀਂ ਬਹਿ ਸਕਦੇ, ਹੁਣ ਅਸੀਂ ਜਵਾਬ ਦੇ ਸਕਦੇ ਹਾਂ। ਇਹਨਾਂ ਜਵਾਬਾਂ ਨੂੰ ਸੁਣ ਕੇ, ਇਹਨਾਂ ਗੱਲਾਂ ਨੂੰ ਸੁਣ ਕੇ ਤੁਹਾਨੂੰ ਪਤਾ ਲੱਗੇਗਾ ਸਿੱਖੀ ਕਿੰਨੀ ਉੱਚੀ ਹੈ। ਨਿਰੀ ਉੱਚੀ ਨਹੀਂ ਹੈ। ਗੁਰੂ ਸਾਹਿਬ ਨੇ ਜਿਹੜਾ ਮਾਰਗ ਦੱਸਿਆ ਬੜਾ ਸੌਖਾ ਹੈਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਬੜਾ ਸੌਖਾ ਹੈਗਾ ਜੀ। ਮੈਂ ਕਿਸੇ ਦੀ ਨਿੰਦਿਆ ਨਹੀਂ ਕਰਦਾ, ਪਰ ਮੈਂ ਸੱਚ ਦੱਸਦਾ। ਇੱਕ ਹਿੰਦੂ ਵੀਰ, ਉਹ ਮੇਰਾ ਮਿੱਤਰ ਹੈ ਜੀ, ਉਹ ਕਹਿੰਦਾ ਤੁਹਾਡੇ 'ਚ ਕੰਮ ਬੜਾ ਸੌਖਾ ਜੀ। ਮੈਂ ਕਿਹਾ ਕਿਉਂ? ਕਹਿੰਦਾ ਅਖੰਡ ਪਾਠ ਸਾਹਿਬ ਕਰਾ ਕੇ ਅਰਦਾਸ ਕਰੋ, ਕੜਾਹ ਪ੍ਰਸ਼ਾਦ ਵਰਤਾਓ ਤੇ ਛੁੱਟੀ। ਕਹਿੰਦਾ ਸਾਡੇ 'ਚ ਜੇ ਕੋਈ ਬੰਦਾ ਮਰ ਜੇ ਨਾ ਜੀ, ਉਹਦੇ ਪਰਿਵਾਰ ਵਾਲੇ ਨੂੰ ਕੰਗਾਲ ਕਰ ਦਿੰਦੇ। ਕਹਿੰਦਾ ਇੰਨੇ ਦਾ ਦਿਓ ਦਾਨ, ਇੰਨੇ ਦਾ ਦਾਨ ਕਰੋ, ਇੰਝ ਕਰੋ, ਇੰਝ ਕਰੋ, ਇੰਝ ਕਰੋ। ਮੈਂ ਕਹਿ ਦਈਏ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਸਾਨੂੰ ਬਚਾ ਲਿਆ, ਕਾਰਜ ਵੀ ਹੋ ਗਿਆ ਤੇ ਬਚ ਵੀ ਗਏ ਜੀ। ਹਾਂਜੀ। ਗੁਰ ਨਿਸ਼ਚੇ ਤੇ ਲਹਿ ਬ੍ਰਹਮ ਗਿਆਨ। ਫਿਰ ਉਹਨਾਂ ਨੂੰ ਸਮਝ ਆ ਗਈ ਵੀ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਬ੍ਰਹਮ ਗਿਆਨ ਕੀ ਹੈ। ਫੋਕਟ ਕਰਮਾਂ ਤੋਂ ਉਹ ਬਚ ਗਏ ਜੀ। ਬੜੇ ਫੋਕਟ ਕਰਮ ਨੇ, ਬੜੇ ਫੋਕਟ ਕਰਮ ਨੇ। ਇੱਕ ਬ੍ਰਾਹਮਣ ਗੁਰੂ ਅਰਜਨ ਸਾਹਿਬ ਜੀ ਕੋ ਆਇਆ ਜੀ, ਧਿਆਨ ਨਾਲ ਸੁਣਿਓ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ ਜੀ ਜਦੋਂ ਕੋਈ ਸਿੱਖ ਮਰ ਜਾਂਦਾ ਉਦੋਂ ਕੀ ਕਰਦੇ ਹੋ? ਮਹਾਰਾਜ ਕਹਿੰਦੇ ਤੁਸੀਂ ਕੀ ਕਰਦੇ ਹੁੰਦੇ ਹੋ? ਕਹਿਣ ਲੱਗਾ ਮਹਾਰਾਜ ਜਦੋਂ ਸਾਡੇ 'ਚ ਕੋਈ ਮਰਦਾ, ਸ਼ੂਦਰ ਨੂੰ 27 ਦਿਨ ਲੱਗਦੇ ਪਵਿੱਤਰ ਹੋਣ ਲੱਗਿਆ। ਸ਼ੂਦਰ ਨੂੰ 27 ਦਿਨ ਲੱਗ ਜਾਂਦੇ, ਤੇ ਖੱਤਰੀ ਨੂੰ ਵਾਹਿਗੁਰੂ ਵੈਸ਼ ਨੂੰ ਕਹਿੰਦਾ 21 ਦਿਨ ਲੱਗਦੇ, ਖੱਤਰੀ ਨੂੰ 17 ਦਿਨ ਲੱਗਦੇ, ਤੇ ਬ੍ਰਾਹਮਣ ਨੂੰ 13 ਦਿਨ ਲੱਗਦੇ। ਮਹਾਰਾਜ ਕਹਿੰਦੇ ਸਾਰਿਆਂ ਨੂੰ ਮਰਨ ਤੋਂ ਬਾਅਦ ਪਵਿੱਤਰ ਹੋਣ ਵਾਸਤੇ ਇੰਨੇ ਦਿਨ ਕਿਉਂ ਲੱਗਦੇ? ਕਹਿੰਦਾ ਜੀ ਸ਼ੂਦਰ ਜਿਹੜਾ ਹੈ ਨਾ ਇਹ ਜ਼ਿਆਦਾ ਮਾੜਾ ਹੁੰਦਾ, ਇਹਨੂੰ ਜ਼ਿਆਦਾ ਦਿਨ ਲੱਗਦੇ ਆ। ਵੈਸ਼ ਥੋੜਾ ਘੱਟ ਹੁੰਦਾ, ਉਹਨੂੰ ਥੋੜੇ ਘੱਟ ਲੱਗਦੇ ਆ। ਖੱਤਰੀ ਹੋਰ ਘੱਟ ਹੁੰਦਾ, ਇਸ ਕਰਕੇ ਉਹਨੂੰ ਹੋਰ ਘੱਟ ਲੱਗਦੇ ਆ।
ਤੇ ਫਿਰ ਬ੍ਰਾਹਮਣ ਨੂੰ ਤੇ ਫਿਰ ਸਭ ਤੋਂ ਘੱਟ ਲੱਗਦੇ ਆ ਨਾ। ਤੇ ਤੁਸੀਂ ਸਿਆਣੇ ਬੈਠੇ 'ਚ ਬਹੁਤ ਉਹਨਾਂ ਦੀਆਂ ਪਰੰਪਰਾਵਾਂ ਪੰਜਾਬ 'ਚ ਅਜੇ ਵੀ ਚੱਲਦੀਆਂ ਹੈ। ਬੜੇ ਲੋਕ 17ਵੀਂ ਕਰਦੇ ਆ ਜੀ, ਤੁਸੀਂ ਵੇਖਿਆ ਹੋਏਗਾ। ਕਹਿੰਦੇ ਜੀ ਅਸੀਂ 17ਵੀਂ ਕਰਨੀ ਹੈ। ਮਹਾਰਾਜ ਕਹਿਣ ਲੱਗੇ ਅੱਛਾ ਇੰਨੇ ਦਿਨ ਲੱਗਦੇ। ਕਹਿੰਦਾ ਮਹਾਰਾਜ ਤੁਹਾਡੇ 'ਚ ਕੀ ਕਰਦੇ ਆ? ਮਹਾਰਾਜ ਕਹਿੰਦੇ ਸਾਡੇ ਵਿੱਚ ਤੇ ਗੁਰਬਾਣੀ ਭਲਾ ਕਰਦੀ ਹੈ, ਗੁਰਬਾਣੀ ਨੇ ਹੀ ਭਲਾ ਕਰਨਾ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਮਹਾਰਾਜ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਕੇ 10ਵੇਂ ਦਿਨ ਭੋਗ ਪਾਓ, ਭਾਵੇਂ ਖੱਤਰੀ ਹੋਵੇ, ਬ੍ਰਾਹਮਣ ਹੋਵੇ, ਸ਼ੂਦਰ ਹੋਵੇ, ਵੈਸ਼ ਹੋਵੇ, ਜਿਹਦੇ ਬਾਰੇ ਵੀ ਪਾਠ ਕਰਕੇ ਭੋਗ ਪਾ ਦੋਗੇ ਉਹਦਾ ਭਲਾ ਹੋ ਜਾਏਗਾ। ਕਹਿਣ ਲੱਗੇ ਇਹ ਨਹੀਂ ਵੀ ਖੱਤਰੀ ਨੂੰ ਘੱਟ ਤੇ ਬ੍ਰਾਹਮਣ ਨੂੰ ਘੱਟ ਤੇ ਸ਼ੂਦਰ ਲਈ ਜ਼ਿਆਦਾ ਦਿਨ ਨੇ, ਨਹੀਂ। ਮਹਾਰਾਜ ਕਹਿੰਦੇ ਬਾਣੀ ਸਭ ਤੇ ਇੱਕ ਬਰਾਬਰ ਮਿਹਰ ਕਰਦੀ ਹੈ। ਉਹ ਬਾਣੀ ਕਿਹੜੀ ਹੈ ਜਿਹਨੇ ਬ੍ਰਾਹਮਣ ਨੂੰ ਛੇਤੀ ਪਵਿੱਤਰ ਕਰਤਾ ਤੇ ਸ਼ੂਦਰ ਨੂੰ ਲੇਟ ਪਵਿੱਤਰ ਕੀਤਾ? ਬਾਣੀ ਤਾਂ ਸਭ ਨੂੰ ਬਰਾਬਰ ਹੀ ਪਵਿੱਤਰ ਕਰਦੀ ਹੈ। ਸੋ ਮਹਾਰਾਜ ਨੇ ਬੜੀ ਕਿਰਪਾ ਕੀਤੀ ਸੰਗਤ ਦੀ, ਸਾਨੂੰ ਇਹਨਾਂ ਕੰਮਾਂ ਤੋਂ ਬਚਾ ਲਿਆ। ਹਾਂਜੀ, ਗੁਰ ਨਿਸ਼ਚੇ ਤੇ ਲਹਿ ਬ੍ਰਹਮ ਗਿਆਨ। ਸੋ ਉਹਨਾਂ ਨੂੰ ਨਿਸ਼ਚਾ ਹੋ ਗਿਆ, ਬ੍ਰਹਮ ਗਿਆਨ ਲਿਆ ਜੀ ਉਹਨਾਂ ਨੇ। ਹਾਂਜੀ, ਜਾਤ ਪਾਤ ਕੀ ਤਿਆਗੀ ਆਨ। ਜਾਤ ਪਾਤ ਦੀ ਹਉਮੈ ਛੱਡ ਦਿੱਤੀ ਵੀ ਅਸੀਂ ਬ੍ਰਾਹਮਣ ਆ। ਉਹਨਾਂ ਨੇ ਨਹੀਂ ਕਦੀ ਆਪਣੇ ਮੁਖੋਂ ਇਹੋ ਜਿਹੀ ਗੱਲ ਕੀਤੀ ਜੀ। ਇਹ ਛੋਟੀ ਜਾਵੇ ਤਾਂ ਚੰਗਾ ਜੀ। ਜਾਤ ਕਾ ਗਰਭ ਨਾ ਕਰ ਮੂਰਖ, ਗਾਵਾਰਾ ਇਸ ਗਰਭ ਤੇ ਚਲਹਿ ਬਹੁਤ ਵਿਕਾਰਾ। ਹਾਂਜੀ, ਜਾਤ ਕਾਨ ਗਾਡੀ ਪਗ ਬੇਰੀ। ਹਾਂ, ਜਾਤੀ ਦੇ ਹੰਕਾਰ ਦੀਆਂ ਜਿਹੜੀਆਂ ਸੰਗਲਾਂ ਨੇ ਉਹਨਾਂ ਨੇ ਤੋੜ ਦਿੱਤੀਆਂ ਜੀ। ਹਾਂਜੀ, ਬੰਧੇ ਦੁੱਖ ਪ੍ਰਾਪਤ ਬਹੁ ਬੇਰੀ। ਤੇ ਫਿਰ ਸਾਧ ਸੰਗਤ ਜੀ ਸਭ ਦੁੱਖ ਜਿਹੜੇ ਆ ਉਹਨਾਂ ਦੇ ਦੂਰ ਹੋ ਗਏ। ਉਹਨਾਂ ਨੇ ਆਪਣੇ ਮਨ ਨੂੰ ਨਾਮ ਨਾਲ ਜੋੜਿਆ। ਜਾਤ ਕਰਕੇ ਕੋਈ ਵੱਡਾ ਨਹੀਂ ਹੈ, ਨਾਮ ਜਪਣ ਕਰਕੇ ਵੱਡਾ। ਜਾਤ ਜਿਹੜੀ ਮਰਜ਼ੀ ਦਾ ਹੋਵੇ ਜੀ, ਨਾਮ ਜਪਣ ਕਰਕੇ ਵੱਡਾ। ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ, ਬਿਨ ਗੁਰ ਕਰੁਣਾ ਛੂਟਤ ਨਾਹੀ। ਕਹਿਣ ਲੱਗੇ ਜਿਹੜੇ ਜਾਤ ਦੇ ਹੰਕਾਰ ਹੈ ਨਾ, ਕਵੀ ਸੰਤੋਖ ਸਿੰਘ ਕਹਿੰਦੇ ਸੰਗਤ ਜੀ ਇਹ ਗੁਰੂ ਦੀ ਕਿਰਪਾ ਤੋਂ ਬਗੈਰ ਛੁੱਟਦੇ ਨਹੀਂ ਜੇ। ਗੁਰੂ ਦੀ ਕਿਰਪਾ ਤੋਂ ਬਗੈਰ ਛੁੱਟਦੇ ਨਹੀਂ ਜੇ। ਬੜੇ ਬੜੇ ਵੱਡੇ ਜਾਤ ਦੇ ਭਰਮਾਂ 'ਚ ਫਸੇ ਪਏ ਜੀ। ਕਰੋੜ ਕੇ ਸਟੇਜਾਂ ਤੇ ਆਪਣੀਆਂ ਜਾਤਾਂ ਦੇ ਨਾਮ ਦੱਸਦੇ ਜੀ। ਹਾਂਜੀ, ਪਾਚੇ ਪਰਹਿ ਪਰਵਾਰਨ ਮਾਹੀ। ਮਹਾਰਾਜ ਕਹਿਣ ਲੱਗੇ ਫਜ਼ੂਲ ਦੇ ਕੰਮਾਂ ਵਿੱਚ ਉਹ ਪਏ ਰਹਿੰਦੇ ਆ, ਫਜ਼ੂਲ ਦੇ ਕਰਮਾਂ 'ਚ ਪਏ ਰਹਿੰਦੇ ਆ। ਜਿਨ੍ਹਾਂ ਤੇ ਸਤਿਗੁਰੂ ਕਿਰਪਾ ਕਰਦੇ ਆ ਉਹ ਫਿਰ ਜਾਤ ਦੇ ਬੰਧਨਾਂ ਤੋਂ ਉੱਚਾ ਉੱਠ ਜਾਂਦੇ ਆ ਜੀ। ਹਾਂਜੀ, ਦੋਹਰਾ ਟੁੱਟੇ ਜੋਧਾ ਜਾਮ ਦਵੈ ਸ਼੍ਰੀ ਅਰਜਨ ਢਿਗ ਆਏ। ਭਾਈ ਟੁੱਟੇ ਜੀ ਤੇ ਭਾਈ ਜੋਧਾ ਜੀ ਇਹ ਦੂਸਰੇ ਪੈਰ, ਦਿਨ ਦੇ ਦੂਸਰੇ ਪੈਰ। ਇੱਕ ਪੈਰ ਅੰਮ੍ਰਿਤ ਵੇਲਾ, ਰਾਤ ਦਾ ਚੌਥਾ ਪੈਰ। ਉਹਦੇ ਤੋਂ ਬਾਅਦ ਜਦੋਂ ਦਿਨ ਚੜ੍ਹਨ ਲੱਗਦਾ, ਦਿਨ ਦਾ ਪਹਿਲਾ ਪੈਰ ਜੀ। 9 ਵਜੇ ਤੋਂ ਬਾਅਦ ਦਿਨ ਦਾ ਦੂਸਰਾ ਪੈਰ ਜਿਹੜਾ ਉਹ ਚੱਲ ਰਿਹਾ ਹੁੰਦਾ ਜੀ। ਦਿਨ ਦੇ ਦੂਸਰੇ ਪੈਰ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਆਏ ਜੀ। ਹਾਂਜੀ, ਕਰ ਬੰਧਨ ਬੈਠੇ ਤਬੈ ਬੂਝੇ ਸਹਿਜ ਸੁਭਾਏ। ਨਮਸਕਾਰ ਕੀਤੀ। ਕੌਣ ਕੌਣ ਆਇਆ? ਹਾਂਜੀ, ਕੌਣ ਕੌਣ ਆਇਆ ਜੀ? ਭਾਈ ਟੁੱਟਾ ਜੀ ਤੇ ਭਾਈ ਜੋਧਾ ਜੀ ਮੱਥਾ ਟੇਕ ਕੇ ਬੈਠ ਗਏ ਮਹਾਰਾਜ ਦੇ ਕੋਲ ਜੀ। ਹਾਂਜੀ, ਚੌਪਈ ਸ਼੍ਰੀ ਗੁਰ ਇਮ ਹੈ ਹੁਕਮ ਤੁਮਾਰੋ। ਹੇ ਸੱਚੇ ਪਾਤਸ਼ਾਹ ਤੁਹਾਡਾ ਹੁਕਮ ਹੈ ਇੱਕ ਕੰਮ ਕਰਨ ਦਾ। ਹਾਂਜੀ, ਮਨ ਇਕਾਗਰ ਕਰ ਭਜਨ ਸੁਧਾਰੋ। ਕੀ ਹੁਕਮ ਹੈ? ਵੀ ਮਨ ਇਕਾਗਰ ਕਰਕੇ ਭਜਨ ਕਰੋ। ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ, ਕਰ ਹਾਰੇ ਹਮ ਅਨੇਕ ਉਪਾਏ। ਪਰ ਇਹਨਾਂ ਨੇ ਇਮਾਨਦਾਰੀ ਵਰਤੀ ਜੀ। ਇਮਾਨਦਾਰੀ ਨਾਲ ਮਹਾਰਾਜ ਨੂੰ ਕਹਿਣ ਲੱਗੇ ਸੱਚੇ ਪਾਤਸ਼ਾਹ ਅਸੀਂ ਹਾਰ ਗਏ ਆ, ਪਰ ਸਾਡਾ ਮਨ ਇਕਾਗਰ ਨਹੀਂ ਹੁੰਦਾ ਜੀ। ਇਹ ਸ਼ਿਕਾਇਤ ਤੇ ਕਈ ਬੰਦਿਆਂ ਦੀ ਹੈਗੀ ਆ ਜੀ। ਉਹ ਕਹਿੰਦੇ ਜੀ ਅਸੀਂ ਹਾਰ ਗਏ, ਕਰ ਕਰਕੇ ਥੱਕ ਗਏ, ਮਨ ਟਿਕਦਾ ਹੀ ਨਹੀਂ, ਮਨ ਭਜਨ 'ਚ ਜੁੜਦਾ ਹੀ ਨਹੀਂ। ਹਾਂਜੀ, ਨਹੀਂ ਇਕਾਗਰਤਾ ਮਨ ਪਾਏ। ਮਹਾਰਾਜ ਮਨ ਇਕਾਗਰਤਾ ਨਹੀਂ ਪਾਉਂਦਾ, ਮਨ ਟਿਕਦਾ ਨਹੀਂ ਹੈ। ਹੁਣ ਇਹ ਗੱਲ ਤੇ ਬੜੇ ਧਿਆਨ ਨਾਲ ਸੁਣਨ ਵਾਲੀ, ਲਗਭਗ ਬਹੁਤਿਆਂ ਦਾ ਮਸਲਾ ਹੈ ਜੀ। ਹਾਂਜੀ, ਸੁਨ ਸਤਿਗੁਰ ਕਹਿ ਉੱਤਰ ਤਿਨ ਕੋ। ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ। ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ।
ਮਹਾਰਾਜ ਸੱਚੇ ਪਾਤਸ਼ਾਹ ਉੱਤਰ ਦਿੰਦੇ ਆ, ਉਹ ਸੁਣੋ। ਹਾਂਜੀ, ਪ੍ਰਥਮ ਨਾ ਲਖਹੁ ਸੁਭਾਵ ਜੇ ਮਨ ਕੋ। ਗੱਜ ਕੇ ਆਖੋ, ਪ੍ਰਥਮ ਨਾ ਲਖੋ ਸੁਭਾਵ ਜੇ ਮਨ ਕੋ। ਸਭ ਤੋਂ ਪਹਿਲਾਂ ਮਹਾਰਾਜ ਕਹਿੰਦੇ ਮਨ ਦੇ ਸੁਭਾਅ ਦੇ ਅਨੁਸਾਰ ਹੀ ਹੋਣਾ ਛੱਡ ਦਿਓ। ਕਹਿਣ ਲੱਗੇ ਜਦੋਂ ਮਨ ਦੇ ਸੁਭਾਅ ਦੇ ਅਨੁਸਾਰ ਹੀ ਹੋਣਾ ਸ਼ੁਰੂ ਹੋ ਜਾਂਦੇ ਆ, ਫਿਰ ਇਹ ਮਨ ਆਈਆਂ ਕਰਾਉਣ ਲੱਗ ਪੈਂਦਾ ਜੀ। ਹਾਂਜੀ, ਲੱਗੇ ਪਛਾਨਨ ਅਬਗਤ ਅੰਤਰ। ਫਿਰ ਹੌਲੀ ਹੌਲੀ ਅੰਦਰ ਦੀ ਵਿਚਾਰ ਕਰੋ, ਹੌਲੀ ਹੌਲੀ ਜੀ। ਹਾਂਜੀ, ਇਸੀ ਯਤਨ ਮੈਂ ਰਹੋ ਨਿਰੰਤਰ। ਕਈ ਲੰਮਾ ਸਮਾਂ ਇਹਦੇ ਵਿੱਚ ਲੱਗੇ ਰਹੋ ਵੀ ਮੈਂ ਕਿੰਨਾ ਕੁ ਇਮਾਨਦਾਰ ਹੈਗਾ ਜੀ। ਲੰਮਾ ਸਮਾਂ ਇਸੇ ਕੰਮ 'ਚ ਲੱਗੇ ਰਹੋ। ਮਹਾਰਾਜ ਕਹਿਣ ਲੱਗੇ ਜੇ ਮਨ ਕਹੇ ਇਹ ਕੰਮ ਕਰਨਾ, ਉਹਨੂੰ ਹਟਾ ਦਿਓ ਉਸ ਪਾਸੋਂ। ਕਈ ਵਾਰੀ ਗੁਰਸਿੱਖ ਗੁਰਮੁਖ ਪਿਆਰੇ ਜਦੋਂ ਸੰਗਤ ਜੀ ਉਹਨਾਂ ਦਾ ਮਨ ਬੇਈਮਾਨੀ ਕਰਦਾ, ਮਹਾਰਾਜ ਕਿਸੇ ਨਾ ਕਿਸੇ ਰਸਤੇ ਉਹਨਾਂ ਨੂੰ ਬਚਾ ਦਿੰਦੇ ਆ ਜੀ, ਬਚਾ ਦਿੰਦੇ ਆ। ਮਹਾਰਾਜ ਕਹਿਣ ਲੱਗੇ ਵੇਖਦੇ ਰਹੋ, ਵੇਖਦੇ ਰਹੋ, ਉਹਦੇ ਅਨੁਸਾਰ ਹੀ ਨਾ ਹੋਵੋ। ਵਿਚਾਰ ਕਰਦੇ ਰਹੋ, ਵਿਚਾਰ ਕਰਦੇ ਰਹੋ। ਲੰਮਾ ਸਮਾਂ ਕਈ ਸਾਲ ਲੱਗ ਜਾਂਦੇ ਆ। ਨਿਕਸਹਿ ਮਨ ਪੁਨ ਜੋਰੋ ਆਨ। ਹੌਲੀ ਹੌਲੀ ਤੁਹਾਨੂੰ ਪਤਾ ਲੱਗਣ ਲੱਗ ਪਏਗਾ ਵੀ ਮਨ ਬਾਹਰ ਨਿਕਲਦਾ ਹੈ। ਉਹ ਮੈਂ ਅੱਗੇ ਵੀ ਤੁਹਾਨੂੰ ਇੱਕ ਗੱਲ ਸੁਣਾਈ ਹੈ। ਇੱਕ ਬੰਦਾ ਰੱਬ ਦੇ ਪਿਆਰੇ ਮਹਾਂਪੁਰਖਾਂ ਕੋਲ ਆ ਕੇ ਕਹਿੰਦਾ ਜੀ ਮੈਂ ਵਾਹਿਗੁਰੂ ਵਾਹਿਗੁਰੂ ਜਪਦਾ, ਮੇਰਾ ਮਨ ਨਹੀਂ ਟਿਕਦਾ। ਕਹਿੰਦੇ ਤੂੰ ਭਾਗਾਂ ਵਾਲਾ। ਕਹਿੰਦਾ ਜੀ ਕੁਝ ਸਮਾਂ ਚੁੱਪ ਰਿਹਾ। ਕਹਿੰਦਾ ਜੀ ਮੈਂ ਵਾਹਿਗੁਰੂ ਵਾਹਿਗੁਰੂ ਜਪਦਾ, ਮੇਰਾ ਮਨ ਨਹੀਂ ਟਿਕਦਾ। ਕਹਿੰਦੇ ਤੇਰੇ ਮਾਂ ਪਿਓ ਭਾਗਾਂ ਵਾਲੇ। ਉਹ ਤੀਜੀ ਵਾਰੀ ਖਿੱਝ ਕੇ ਕਹਿੰਦਾ ਮਹਾਰਾਜ ਮੇਰਾ ਮਨ ਨਹੀਂ ਟਿਕਦਾ ਭਜਨ 'ਚ। ਕਹਿੰਦੇ ਤੇਰੀ ਕੁੱਲ ਭਾਗਾਂ ਵਾਲੀ ਹੈ। ਕਹਿੰਦਾ ਹੱਦ ਹੋ ਗਈ, ਮੈਂ ਕੁਝ ਕਹਿੰਦੇ ਆ, ਮਹਾਤਮਾ ਕੁਝ ਕਹੀ ਜਾਂਦੇ। ਕਹਿੰਦਾ ਜੀ ਮੇਰਾ ਮਨ ਨਹੀਂ ਟਿਕਦਾ। ਕਹਿੰਦੇ ਤੇਰਾ ਪਿੰਡ ਭਾਗਾਂ ਵਾਲਾ। ਕਹਿੰਦਾ ਮਹਾਰਾਜ ਮੈਂ ਤੁਹਾਡੀ ਗੱਲ ਨਹੀਂ ਸਮਝਿਆ। ਕਹਿੰਦੇ ਤੂੰ ਭਾਗਾਂ ਵਾਲਾ, ਤੇਰੇ ਮਾਂ ਪਿਓ ਭਾਗਾਂ ਵਾਲੇ, ਤੇਰੀ ਕੁੱਲ ਭਾਗਾਂ ਵਾਲੀ। ਤੈਨੂੰ ਇਹ ਤੇ ਪਤਾ ਲੱਗ ਗਿਆ ਵੀ ਮਨ ਹੁੰਦਾ ਹੈ। ਬਹੁਤਿਆਂ ਨੂੰ ਤੇ ਇਹੋ ਹੀ ਨਹੀਂ ਪਤਾ ਵੀ ਮਨ ਹੁੰਦਾ ਹੈ ਕਿ ਨਹੀਂ ਹੁੰਦਾ ਜੀ। ਉਹਨਾਂ ਦੀ ਇੱਕ ਰੂਟੀਨ ਹੈ ਬਸ ਜੀ, ਰੂਟੀਨ ਹੈ। ਮਹਾਰਾਜ ਕਹਿੰਦੇ ਉਹ ਮਹਾਤਮਾ ਜੀ ਕਹਿੰਦੇ ਜਿਨ੍ਹਾਂ ਤੇ ਮਿਹਰ ਹੁੰਦੀ ਨਾ, ਉਹਨਾਂ ਨੂੰ ਪਤਾ ਲੱਗਦਾ ਵੀ ਮਨ ਵੀ ਹੈਗਾ ਹੈ। ਤੇ ਫੇਰ ਹੀ ਪਤਾ ਲੱਗਦਾ ਵੀ ਟਿਕਣ ਦਿਆ ਕਿ ਨਹੀਂ ਟਿਕਣ ਦਿਆ। ਭਾਈ ਜੋਤ ਜੀ ਤੇ ਭਾਈ ਟੁੱਟਾ ਜੀ ਭਾਗਾਂ ਵਾਲੇ ਐ। ਇਹਨਾਂ ਨੂੰ ਇਹ ਤੇ ਪਤਾ ਨਾ ਵੀ ਮਨ ਹੈਗਾ ਹੈ, ਟਿਕਣ ਨਹੀਂ ਦਿਆ। ਜਿਹਨੂੰ ਪਤਾ ਲੱਗ ਗਿਆ ਨਾ ਮੇਰਾ ਮਨ ਟਿਕਣ ਨਹੀਂ ਦਿਆ, ਚੇਤਾ ਰੱਖਿਓ ਉਹਦਾ ਮਨ ਟਿਕਣ ਵੀ ਲੱਗ ਪੈਂਦਾ ਹੈ ਜੀ। ਕਿਉਂ? ਜਿਹਨੂੰ ਪਿਆਸ ਲੱਗੀ ਹੈ ਪਾਣੀ ਤੱਕ ਉਹ ਪਹੁੰਚੇਗਾ ਜੀ, ਪਾਣੀ ਤੱਕ ਪਹੁੰਚੇਗਾ ਉਹ। ਹਾਂਜੀ, ਨਿਕਸਹਿ ਮਨ ਪੁਨ ਜੋਰੋ ਆਨ। ਮਹਾਰਾਜ ਕਹਿਣ ਲੱਗੇ ਨਿਕਸਹਿ ਮਨ ਪੁਨ ਜੋਰੋ ਆਨ। ਜਦੋਂ ਨਾਮ ਜਪਦਿਆਂ ਮਨ ਨਿਕਲੇ ਉੱਥੇ ਰੋਕੋ, ਸਮਝਾਓ, ਇਹਨੂੰ ਲੈ ਕੇ ਆਓ। ਕਲਗੀਧਰ ਮਹਾਰਾਜ ਕਹਿੰਦੇ ਇਸ ਮਨ ਚੰਚਲ ਕੋ ਘੇਰ ਕਰ ਸਿਮਰੈ ਕਰਤਾਰਾ। ਇਹਨੂੰ ਲੈ ਕੇ ਆਉਣਾ ਇਸ ਪਾਸੇ। ਹਾਂਜੀ, ਪੁਨ ਪੁਨ ਰੋਕੋ ਬਨ ਸਾਵਧਾਨ। ਇਹਨੇ ਫਿਰ ਨਿਕਲ ਜਾਣਾ। ਮਹਾਰਾਜ ਕਹਿੰਦੇ ਤੁਸੀਂ ਇਹਨੂੰ ਕਹਿਣਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਦੀ ਪ੍ਰੈਕਟੀਕਲ ਕਰਿਓ। ਕਿਵੇਂ? 5 ਵਾਰੀ ਵਾਹਿਗੁਰੂ 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 ਕਹਿਣਾ 5 ਵਾਰੀ। ਕੋਸ਼ਿਸ਼ ਕਰਨੀ ਹੈ 5 ਵਾਰੀ ਜਦੋਂ ਮੈਂ ਨਾਮ ਜਪਿਆ ਮੇਰਾ ਮਨ ਬਾਹਰ ਨਾ ਜਾਵੇ ਜੀ। ਫਿਰ 5 ਤੋਂ 7 ਕਰ ਦਿਓ, 7 ਤੋਂ 10 ਕਰ ਦਿਓ ਵੀ ਮਨ ਨਾ ਬਾਹਰ ਜਾਵੇ। ਅੱਛਾ, ਇਹ ਨਹੀਂ ਵੀ ਪਹਿਲੀ ਵਾਰੀ ਇਹਨੇ ਕਾਬੂ ਆ ਜਾਣਾ। ਮਨ ਇੰਨਾ ਬੇਈਮਾਨ 'ਚ 5 ਵਾਰੀ ਵਾਹਿਗੁਰੂ ਵਾਹਿਗੁਰੂ ਕਹਿਣ ਲੱਗਿਆ ਮਿੰਟ ਨਹੀਂ ਇੱਕ ਲੱਗਦਾ ਜੀ, ਪਰ ਮਨ ਬਾਹਰ ਨਿਕਲ ਜਾਂਦਾ ਜੀ। ਵਿੱਚੋਂ ਦੂਜੇ ਤੀਜੇ ਵਾਹਿਗੁਰੂ ਕਹਿਣ ਲੱਗਿਆ ਨਾ ਜੀ, ਮਨ ਕਿਤੇ ਨਾ ਕਿਤੇ ਗੇੜਾ ਲਾ ਆਉਂਦਾ ਜੀ। ਕਰਕੇ ਵੇਖ ਲਓ ਪ੍ਰੈਕਟੀਕਲ। ਵਾਹਿਗੁਰੂ 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 ਵਾਹਿਗੁਰੂ। ਕੋਈ ਨਾ ਕੋਈ ਸੋਚ ਤੁਹਾਡੇ ਸਭਨਾਂ ਦੇ ਮਨ 'ਚ ਆ ਗਈ ਹੋਏਗੀ ਜੀ, ਕੋਈ ਨਾ ਕੋਈ ਗੱਲ ਚੱਲ ਪਈ ਹੋਏਗੀ ਅੰਦਰ ਜੀ।
ਮਹਾਰਾਜ ਕਹਿੰਦੇ ਇਹਨੇ ਇੱਕ ਵਾਰੀ ਰੋਕਿਆ ਥੋੜੀ ਰੁਕਣਾ ਹੈ, ਇਹਨੂੰ ਮੁੜ ਘੇਰ ਕੇ ਲਿਆਉਣਾ ਜੀ, ਮੁੜ ਘੇਰ ਕੇ ਲਿਆਉਣਾ ਜੀ। ਜਦੋਂ ਬਾਰ-ਬਾਰ ਘੇਰ ਕੇ ਲਿਆਓਗੇ ਕਿੱਥੇ ਭੱਜ ਜਾਏਗਾ, ਕਿੱਥੇ ਜਾਏਗਾ। ਸਹਿਜ ਸੁਭਾਇਕ ਥਿਰਤਾ ਹੋਏ। ਨਿਕਸਹਿ ਮਨ ਪੁਨ ਜੋਰ ਹੋਆਨ, ਪੁਨ ਪੁਨ ਰੋਕੋ ਬਨ ਸਬਧਾਨ। ਇਹਦੇ ਲਈ ਇਮਾਨਦਾਰੀ ਚਾਹੀਦੀ ਹੈ, ਸਾਵਧਾਨਤਾ ਚਾਹੀਦੀ ਹੈ। ਇਹੋ ਹੀ ਤੇ ਅਸਲੀ ਕੰਮ ਹੈ। ਤੇ ਜੇ ਇਹਦੇ ਵਿੱਚ ਵੀ ਇਮਾਨਦਾਰੀ ਨਾ ਵਰਤੀ ਫਿਰ ਕਿਹਦੇ ਵਿੱਚ ਵਰਤਣੀ ਹੈ। ਹੁਣ ਵੇਖੋ ਕਈ ਬਾਣੀ ਪੜ੍ਹਦੇ ਆ ਜੀ, ਅਸਲੀ ਕੰਮ ਤੇ ਬਾਣੀ ਪੜ੍ਹਨਾ ਨਾ। ਜੇ ਬਾਣੀ ਨਹੀਂ ਸ਼ੁੱਧ ਪੜ੍ਹਨੀ, ਇਹਦੇ ਵਿੱਚ ਹੀ ਨਹੀਂ ਇਮਾਨਦਾਰੀ ਵਰਤਣੀ, ਤੇ ਫਿਰ ਉਹ ਬੰਦਾ ਹੋਰ ਕੋਈ ਕੰਮ ਵੀ ਇਮਾਨਦਾਰੀ ਨਾਲ ਨਹੀਂ ਕਰ ਸਕਦਾ ਜੀ। ਮਹਾਰਾਜ ਕਹਿੰਦੇ ਸਾਵਧਾਨ ਹੋਣਾ ਪੈਣਾ। ਸਾਵਧਾਨ ਉਹੀ ਬੰਦਾ ਹੋਏਗਾ ਜਿਹੜਾ ਇਮਾਨਦਾਰ ਹੋਏਗਾ ਜੀ। ਇਹ ਕਿਸੇ ਲਈ ਨਹੀਂ ਇਮਾਨਦਾਰੀ ਸੰਗਤ ਜੀ, ਇਹ ਆਪਣੇ ਮਨ ਲਈ ਇਮਾਨਦਾਰੀ ਹੈ, ਆਪਣੇ ਭਲੇ ਲਈ ਇਮਾਨਦਾਰੀ ਹੈ। ਸਾਵਧਾਨ ਹੋਵੋ, ਨਹੀਂ ਜਾਣ ਦੇਣਾ, ਮੋਰਚਾ ਲਾ ਦਿਓ ਵੀ ਤੈਨੂੰ ਲਿਆਉਣਾ, ਮਨ ਨੂੰ ਨਾਮ ਤੇ ਲਿਆਉਣਾ। ਸਹਿਜ ਸੁਭਾਅ ਇੱਕ ਥਿਰਤਾ ਹੋਏ। ਗੁਰੂ ਅਰਜਨ ਦੇਵ ਜੀ ਕਹਿੰਦੇ ਫਿਰ ਸਹਿਜ ਸੁਭਾਅ ਇੱਕ ਦਿਨ ਟਿਕੇਗਾ, ਇੱਕ ਦਿਨ ਨਾਮ ਚ ਟਿਕੇਗਾ, ਇਹ ਕਿੱਥੇ ਭੱਜ ਜਾਏਗਾ। ਹਾਂਜੀ, ਪਾਵੋ ਸ਼੍ਰੇ ਕਸ਼ਟ ਗਨ ਖੋਏ। ਹਾਂ, ਫਿਰ ਸਾਰੇ ਕਸ਼ਟਾਂ ਨੂੰ ਦੂਰ ਕਰਨ ਵਾਲਾ ਨਾਮ ਜਿਹੜਾ ਹੈ ਉਹ ਪ੍ਰਾਪਤ ਹੋਏਗਾ ਤੁਹਾਨੂੰ। ਕਹਿਣ ਲੱਗੇ ਮਿਹਨਤ ਤੇ ਕਰਨੀ ਪਏਗੀ ਨਾ। ਹਾਂਜੀ, ਸੁਨ ਉਪਦੇਸ਼ ਜਤਨ ਤਿਮਠਾਨਾ। ਲਓ ਜੀ, ਜੋਧਾ ਜੀ ਤੇ ਟੁੱਟਾ ਜੀ ਨੇ ਜਦੋਂ ਸੁਣਿਆ ਨਾ ਜੀ, ਉਹ ਮੇਰੇ ਵਰਗੇ ਨਹੀਂ ਹੈਗੇ ਵੀ ਕਥਾ ਕਰਕੇ ਆਪ ਜਾ ਕੇ ਫੋਨ ਤੇ ਗੇਮ ਖੇਡਣ ਲੱਗ ਪਾਓ ਜੀ, ਆਪ ਇਹ ਕੰਮ ਕਰਨ ਲੱਗ ਪਾਓ। ਨਹੀਂ, ਸੰਗਤ ਜੀ ਫਿਰ ਉਹ ਡਟ ਗਏ ਜੀ, ਅਭਿਆਸ 'ਚ ਲੱਗ ਪਏ ਵੀ ਚਲੋ ਹੁਣ ਅਭਿਆਸ ਕਰੀਏ, ਇਮਾਨਦਾਰੀ ਨਾਲ ਲੱਗ ਪਏ। ਆਪਾਂ ਵੀ ਨੇਮ ਬਣਾਈਏ, ਜ਼ਿਆਦਾ ਵਾਰੀ ਨਹੀਂ, 5 ਵਾਰੀ ਪਹਿਲਾਂ ਵਾਹਿਗੁਰੂ ਵਾਹਿਗੁਰੂ ਪ੍ਰੇਮ ਨਾਲ ਜਪੋ ਤੇ ਆਖੋ, ਮਨ ਨੂੰ ਸਮਝਾਓ ਵੀ ਬਾਹਰ ਨਹੀਂ ਜਾਣਾ, ਪੂਰੀ ਕੋਸ਼ਿਸ਼ ਕਰੋ ਮਨ ਵਿੱਚ ਰਹੇ ਜੀ। ਹੌਲੀ ਹੌਲੀ ਰਹਿਣ ਲੱਗ ਪਏਗਾ। ਪ੍ਰੈਕਟਿਸ ਨਾਲ ਗੱਲ ਬਣਦੀ ਹੈ, ਜਿਹਨੂੰ ਆਪਾਂ ਗੁਰਮਤਿ ਵਿੱਚ ਅਭਿਆਸ ਕਹਿ ਲੈਂਦੇ ਹਾਂ। ਅਭਿਆਸ ਕਹਿ ਲੈਂਦੇ। ਉਹ ਇੱਕ ਬੀਬੀ ਜਿਹੜਾ ਬੜੀ ਖੇਡਾਂ 'ਚ ਮਾਹਰ ਹੈ, PT ਊਸ਼ਾ, ਹਾਂਜੀ, ਉਹਨੇ ਇੰਟਰਵਿਊ ਦਿੱਤੀ, ਕਹਿੰਦੀ ਮੈਂ ਅਭਿਆਸ ਕਰਦੀ, ਪ੍ਰੈਕਟਿਸ ਬਹੁਤ ਕਰਦੀ। ਉਹ ਕਹਿਣ ਲੱਗਾ ਤੁਸੀਂ ਫਿਰ ਬਿਲਕੁਲ ਨਹੀਂ ਵਿਹਲੇ ਬਹਿੰਦੇ। ਕਹਿੰਦੀ ਮੈਂ ਕੀ ਕਰਾਂ, ਜਦੋਂ ਮੈਂ ਵਿਹਲੀ ਬਹਿੰਦੀ ਹਾਂ ਮੈਨੂੰ ਮਹਿਸੂਸ ਹੁੰਦਾ ਦੂਜੇ ਬੰਦੇ ਜਿਹੜੇ ਅਗੇਂਸਟ ਪਾਰਟੀ ਜਿਹੜੀ ਹੈ ਉਹ ਅਭਿਆਸ ਕਰ ਰਹੇ ਹੋਣੇ ਆ, ਮੈਂ ਵਿਹਲੀ ਬੈਠੀ, ਮੈਂ ਪਿੱਛੇ ਨਾ ਰਹਿ ਜਾ, ਸੋਚ ਕੇ ਮੈਂ ਫਿਰ ਲੱਗ ਪੈਂਦੀ ਹਾਂ। ਅੰਗਰੇਜ਼ੀ ਦੀ ਕਹਾਵਤ ਵੀ ਹੈ, ਪ੍ਰੈਕਟਿਸ ਹੀ ਬੰਦੇ ਨੂੰ ਨਿਖਾਰ ਦਿੰਦੀ ਹੈ। ਗੁਰਬਾਣੀ ਵੀ ਸ਼ੁੱਧ ਪੜ੍ਹਨੀ ਹੈ, ਪ੍ਰੈਕਟਿਸ ਤੇ ਕਰਨੀ ਪਏਗੀ। ਬੰਦਾ ਇਹਨੂੰ ਇਸ ਕੰਮ ਨੂੰ ਟਿੱਚ ਜਾਣੇ ਜੀ, ਤੇ ਫਿਰ ਗੁਰੂ ਦੀ ਕਿਰਪਾ ਤਾਂ ਨਹੀਂ ਨਾ ਵਰਤਣੀ। ਪ੍ਰੈਕਟਿਸ ਮੈਨ ਪਰਫੈਕਟ। ਹਾਂ, ਜਿਹੜਾ ਪ੍ਰੈਕਟਿਸ ਹੈ ਇਹ ਮਨੁੱਖ ਨੂੰ ਪਰਫੈਕਟ ਬਣਾ ਦਿੰਦੀ ਹੈ। ਪ੍ਰੈਕਟਿਸ, ਅਭਿਆਸ, ਇਹ ਮਨ ਨੂੰ ਵੀ ਪਰਫੈਕਟ ਕਰ ਦਿੰਦਾ ਜੇ ਮਨ ਅਭਿਆਸ ਗੁਰਮੰਤਰ ਦਾ ਕਰੇ, ਬਣਾ ਦਿੰਦਾ ਜੀ। ਪਰ ਪ੍ਰੈਕਟਿਸ ਤਾਂ ਕਰਨੀ ਪਏਗੀ, ਪ੍ਰੈਕਟਿਸ ਕਰਨੀ ਪਏਗੀ। ਆਮ ਬਾਹਰਲੀ ਦੁਨੀਆ ਵਿੱਚ ਵੀ ਤੇ ਲੋਕ ਪ੍ਰੈਕਟਿਸ ਕਰ ਕਰ ਮਹਾਨ ਬਣੇ ਨੇ। ਭਾਈਆਂ ਬਜ਼ੁਰਗਾਂ ਨੂੰ ਪਤਾ ਹੋਣਾ ਗੁਰਮੀਤ ਬਾਵਾ ਦਾ ਜੀ, ਹਾਂਜੀ, ਪੰਜਾਬ ਦੀ ਕੋਇਲ ਮੰਨਦੇ ਜੀ ਉਹਨੂੰ ਜੀ, ਬੜੀ ਲੰਮੀ ਹੇਕ ਲਾਉਂਦੀ ਜੀ ਗੁਰਮੀਤ ਬਾਵਾ। ਉਹਦੀ ਇੰਟਰਵਿਊ ਹੋਈ ਜੀ, ਉਹਨੇ ਆਪਣੀ ਇੰਟਰਵਿਊ 'ਚ ਦੱਸਿਆ, ਕਹਿੰਦੀ ਮੈਂ ਇੱਕ ਦਿਨ ਅਭਿਆਸ ਨਾ ਕਰਾਂ, ਪ੍ਰੈਕਟਿਸ ਨਾ ਕਰਾਂ ਵਾਜਾ ਫੜ ਕੇ, ਤੇ ਮੇਰੇ ਉਸਤਾਦ ਨੇ ਕਿਹਾ ਸੀਗਾ ਇੱਕ ਦਿਨ ਤੂੰ ਅਭਿਆਸ ਛੱਡ ਦਿੱਤਾ ਸਮਝ ਲਾ 6 ਮਹੀਨੇ ਪਿੱਛੇ ਪੈ ਗਈ। ਇੱਕ ਦਿਨ ਦੇ ਗੈਪ ਨਾਲ 6 ਮਹੀਨੇ ਪਿੱਛੇ ਪੈ ਗਈ।
ਮਹਾਰਾਜ ਕਹਿੰਦੇ ਮਨ ਇਕਾਗਰ ਹੋਏਗਾ, ਪ੍ਰੈਕਟਿਸ ਕਰਨੀ ਪਏਗੀ। ਇਹ ਹੁਣ ਆਪ ਕਰਨੀ ਪੈਂਦੀ ਹੈ, ਇਮਾਨਦਾਰੀ ਨਾਲ ਕਰਨੀ ਪੈਂਦੀ ਹੈ। ਲੱਗਾ ਰਹੇ ਬੰਦਾ ਇਸ ਪ੍ਰੈਕਟਿਸ 'ਚ। ਮਹਾਰਾਜ ਕਹਿੰਦੇ ਕਿੰਨਾ ਕੁ ਭੱਜ ਜਾਏਗਾ, ਇੱਕ ਨਾ ਇੱਕ ਦਿਨ ਤੈਨੂੰ ਕਾਬੂ ਆਉਣਾ ਹੀ ਪੈਣਾ। ਕਿੰਨਾ ਕੁ ਭੱਜ ਜਾਏਗਾ। ਸਵਾਓ, ਪ੍ਰੈਕਟਿਸ ਕਰੀਏ ਆਪਾਂ ਵੀ। ਸੰਗਤ 'ਚ ਬਹਿ ਕੇ ਕਰਾਂਗੇ, ਲਾਗ ਲੱਗੇਗੀ, ਘਰ ਵੀ ਬਹਿ ਕੇ ਕਰਿਆ ਕਰਾਂਗੇ। ਹਾਂਜੀ, ਤੇ ਸਭ ਤੋਂ ਪਹਿਲਾਂ ਜੇ ਪ੍ਰੈਕਟਿਸ ਕਰਨੀ ਨਾ ਨਾਮ ਦੀ, ਤੇ ਬਹਿਣਾ ਸਿੱਖਣਾ ਪੈਣਾ ਜੀ। ਐਨ ਸਾਵਧਾਨ ਹੋਵੋ, ਬੜੇ ਪ੍ਰੇਮ ਨਾਲ 5 ਵਾਰੀ ਜਪਾਂਗੇ। ਪਹਿਲਾਂ 5 ਵਾਰੀ, ਫਿਰ 5 ਵਾਰੀ, ਫਿਰ 5 ਵਾਰੀ। ਕੋਸ਼ਿਸ਼ ਕਰਿਓ ਮਨ ਬਾਹਰ ਨਾ ਜਾਏ ਜੀ। ਪੂਰੀ ਸ਼ਕਤੀ ਲਾ ਦਿਓ ਆਪਣੀ, ਮਨ ਨੂੰ ਬਾਹਰ ਨਾ ਜਾਣ ਦਿਓ ਜੀ। ਪੂਰੀ ਸ਼ਕਤੀ ਲਾ ਦਿਓ। ਇੱਕ ਗਤਕਾ ਮੈਨ ਨੇ ਦੱਸਿਆ ਜੀ, ਹਾਂਜੀ, ਉਹ ਇਸ ਤਰ੍ਹਾਂ ਆ ਇੱਥੇ ਮਾਸ ਹੈ ਜੀ ਹੱਥ ਦਾ। ਉਹ ਕਹਿੰਦਾ ਮੈਂ ਇਸ ਮਾਸ ਨਾਲ 2 ਇੱਟਾਂ ਤੋੜਦਾ ਸਾਂ। ਹੁਣ ਇੱਥੇ ਹੱਡੀ ਥੋੜੀ ਹੈ, ਹੱਡੀ ਤੇ ਪਰਾਂ, ਇੱਥੇ ਤੇ ਹੱਡੀ ਇੱਧਰ ਹੈ, ਮਾਸ ਇੱਥੇ ਹੈ। ਉਹ ਕਹਿੰਦਾ ਮੈਂ 2 ਇੱਟਾਂ ਤੋੜਦਾ ਸਾਂ, ਫਿਰ ਪੇਟ ਤੇ ਫੱਟਾ ਰੱਖ ਕੇ ਮੋਟਰਸਾਈਕਲ ਪੇਟ ਉੱਤੋਂ ਕੱਢਣਾ। ਉਹਨੂੰ ਅਸੀਂ ਪੁੱਛਿਆ ਵੀ ਇਹ ਕਿਵੇਂ? ਕਹਿੰਦਾ ਸਰੀਰ ਦੀ ਸਾਰੀ ਤਾਕਤ ਜਿਹੜੀ ਹੈ ਨਾ, ਮੈਂ ਪੇਟ ਤੇ ਲੈ ਆਉਂਦਾ ਸਾਂ। ਸਾਰੀ ਤਾਕਤ, ਸਰੀਰ ਦੀ ਸਾਰੀ ਤਾਕਤ ਮੈਂ ਇੱਥੇ ਕੰਸਨਟਰੇਟ ਕਰ ਦੇਣੀ, ਗੱਲ ਬਣ ਜਾਣੀ। ਬੜੀ ਪ੍ਰੈਕਟਿਸ ਕਰਨੀ ਪਈ। ਇਸੇ ਤਰ੍ਹਾਂ ਮਨ ਨੂੰ ਟਿਕਾਉਣ ਦੀ ਵੀ ਪ੍ਰੈਕਟਿਸ ਹੈ। ਪਹਿਲਾਂ 5 ਵਾਰੀ, ਫਿਰ 5 ਵਾਰੀ। ਕੋਸ਼ਿਸ਼ ਕਰਿਓ 5 ਵਾਰੀ ਵਿੱਚ ਸਾਡਾ ਮਨ ਨਾ ਬਾਹਰ ਜਾਵੇ। ਵਾਹਿਗੁਰੂ 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 ਵਾਹਿਗੁਰੂ। ਹੁਣ ਸਾਨੂੰ ਪਤਾ ਲੱਗ ਗਿਆ ਜੀ, ਕਿਸੇ ਦਾ ਦੂਜੀ ਵਾਰੀ ਕਹਿਣ ਤੇ ਵਾਹਿਗੁਰੂ ਮਨ ਕੋਈ ਸੋਚ ਬਣਾ ਲਈ ਮਨ ਨੇ, ਕਿਸੇ ਦਾ ਤੀਜੀ ਵਾਰੀ ਮਨ ਨੇ ਸੋਚ ਬਣਾ ਲਈ ਜੀ। ਫਿਰ ਕਰ ਲੈਂਦੇ ਵਾਹਿਗੁਰੂ 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 ਵਾਹਿਗੁਰੂ। ਇਮਾਨਦਾਰੀ ਵਰਤਣੀ ਪੈਣੀ, ਆਪ ਬਹਿਣਾ ਪੈਣਾ, ਆਪ ਲੱਗਣਾ ਪੈਣਾ। ਇਹਨਾਂ ਸਿੱਖਾਂ ਨੇ ਸੁਨ ਉਪਦੇਸ਼ ਜਤਨ ਤੇ ਮਠਾਨਾ, ਸੋ ਪ੍ਰਾਪਤ ਹੋਏ ਕਲਿਆਣਾ। ਇਹਨਾਂ ਨੇ ਫਿਰ ਉਪਦੇਸ਼ ਸੁਣਿਆ, ਯਤਨ ਕੀਤਾ, ਮਨ ਇਕਾਗਰ ਹੋਇਆ, ਤੇ ਇਹਨਾਂ ਦਾ ਕਲਿਆਣ ਹੋਇਆ ਜੀ। ਇਹਨਾਂ ਦੀ ਕਲਿਆਣ ਹੋਈ। ਸਤਿਗੁਰੂ ਮਿਹਰ ਕਰਨ। ਸਨੈ ਸਨੈ ਮੋਰੋ ਮਨ ਮਹਾ, ਕਿਆ ਗੁਰ ਕਹੈ ਕਰੈ ਹਮ ਕਹਾਂ। ਸਨੈ ਸਨੈ ਮੋਰੋ ਮਨ ਮਹਾ, ਇਸ ਮਨ ਚੰਚਲ ਕੋ ਘੇਰ ਕਰ, ਸਿਮਰੈ ਕਰਤਾਰਾ। ਸੱਚੇ ਪਾਤਸ਼ਾਹ ਸਾਨੂੰ ਬਲ ਬਖਸ਼ਣ, ਸਾਡੇ ਤੇ ਕਿਰਪਾ ਕਰਨ, ਸਾਡੇ ਤੇ ਰਹਿਮਤਾਂ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਦੇ ਨਾਲ ਸਾਰੀਆਂ ਹੀ ਸੰਗਤਾਂ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਜਣ